ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬੜੀ ਖੁਸ਼ੀ ਹੈ ਕਿ ਅੱਜ ਸਾਡੀ ਗੁਰਮਤਿ ਸੰਗੀਤ ਚੇਅਰ ਦੇ ਇਸ ਵਿਹੜੇ ਵਿੱਚ USA ਨਿਆਗਰਾ ਫਾਲਸ ਨਿਊਯਾਰਕ ਤੋਂ ਪ੍ਰਤਾਪ ਬ੍ਰਦਰਜ਼, ਜਿਨ੍ਹਾਂ ਦਾ ਕਿ ਸਾਰੇ ਸੰਸਾਰ ਵਿੱਚ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਬਹੁਤ ਨਾਂ ਹੈ, ਇੱਕ ਲੈਗੇਸੀ ਹੈ ਉਹਨਾਂ ਕੋਲ ਸੰਗੀਤ ਦੀ, ਵਿਸ਼ੇਸ਼ ਕਰਕੇ ਗੁਰਮਤਿ ਸੰਗੀਤ ਦੀ। ਉਹ ਪਹੁੰਚੇ ਨੇ। ਅੱਜ ਅਸੀਂ ਗੁਰਮਤਿ ਸੰਗੀਤ ਉਤਸਵ ਵਿੱਚ ਇਹਨਾਂ ਦਾ ਕੀਰਤਨ ਸਰਵਣ ਕੀਤਾ ਸਾਰਿਆਂ ਨੇ ਮਿਲ ਕੇ, ਅਤੇ ਹੁਣ ਅਸੀਂ ਇਹਨਾਂ ਅੱਗੇ ਇੱਛਾ ਜ਼ਾਹਿਰ ਕੀਤੀ ਕਿ ਸੰਤ ਸੁੱਚਾ ਸਿੰਘ ਆਰਕਾਈਵਜ਼ ਆਫ ਮਿਊਜ਼ਿਕ, ਜੋ ਕਿ ਗੁਰਮਤਿ ਸੰਗੀਤ ਚੇਅਰ ਦਾ ਇੱਕ ਆਰਕਾਈਵਜ਼ ਹੈ, ਜਿਸ ਵਿੱਚ ਵੱਖ-ਵੱਖ ਗੁਰਮਤਿ ਸੰਗੀਤ ਦੇ ਸਾਧਕਾਂ, ਸ਼ਾਸਤਰੀ ਸੰਗੀਤ ਦੇ ਸਾਧਕਾਂ, ਲੋਕ ਸੰਗੀਤ ਦੇ ਜੋ ਕਲਾਕਾਰ ਹਨ, ਔਰ ਪੰਜਾਬ ਦੇ ਇਸ ਭੂਮੀ ਦੇ ਵਿੱਚ ਜਿੰਨੀਆਂ ਵੀ ਸਿਨਫਾਂ ਨੇ ਉਹਨਾਂ ਸਭ ਸੰਗੀਤ ਦੀਆਂ ਯੋਨਰਸ ਨੂੰ, ਸਿਨਫਾਂ ਨੂੰ ਸੰਭਾਲਣਾ, ਉਹਦੇ ਕਲਾਕਾਰਾਂ ਦੇ ਸਾਰਾ ਬਿਊਰਾ, ਉਹਨਾਂ ਦੀ ਹਿਸਟਰੀ, ਉਹਨਾਂ ਦੀ ਦੇਣ, ਉਹਨਾਂ ਦੇ ਸਾਰਾ ਅਗਲਾ ਪਿਛਲਾ ਜੋ ਬਿਰਤਾਂਤ ਹੈ ਉਹ ਆ ਜਾਵੇ। ਸੋ ਅਸੀਂ ਬਹੁਤ ਤੁਹਾਡਾ ਸਵਾਗਤ ਕਰਦੇ ਹਾਂ ਜੀ ਭਾਈ ਸਾਹਿਬ ਜੀ। ਸਾਡੇ ਕੋਲ ਬਿਰਾਜਮਾਨ ਨੇ ਭਾਈ ਦਵਿੰਦਰ ਪ੍ਰਤਾਪ ਸਿੰਘ ਜੀ ਅਤੇ ਭਾਈ ਰਵਿੰਦਰ ਪ੍ਰਤਾਪ ਸਿੰਘ ਜੀ, ਔਰ ਇਹਨਾਂ ਦੇ ਤੀਸਰੇ ਭਰਾਤਾ ਭਾਈ ਸਾਹਿਬ ਭਾਈ ਮਹਿੰਦਰ ਪ੍ਰਤਾਪ ਸਿੰਘ ਜੀ, ਜੋ ਪਿੱਛੇ ਲੋਕਡਾਊਨ ਦੇ ਦੌਰਾਨ ਕੋਵਿਡ ਕਾਰਨ ਗੁਰੂ ਚਰਨਾਂ ਵਿੱਚ ਜਾ ਬਿਰਾਜੇ, ਪਰ ਇਹਨਾਂ ਨੇ ਤਿੰਨਾਂ ਨੇ ਹੀ ਆਪਣੀ ਪਰੰਪਰਾ ਦਾ ਨਿਰਵਾਹ ਕਰਦੇ ਹੋਏ ਰਾਗਦਾਰੀ ਨੂੰ, ਆਪਣੀ ਤਾਲ ਵਿਦਿਆ ਨੂੰ ਸਾਰੇ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਇਆ ਹੈ। ਸੋ ਇੱਕ ਵਾਰ ਫਿਰ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਮੈਂ ਸਵਾਲ ਕਰਨਾ ਚਾਹੁੰਦਾ ਭਾਈ ਸਾਹਿਬ ਭਾਈ ਦਵਿੰਦਰ ਪ੍ਰਤਾਪ ਸਿੰਘ ਜੀ ਨੂੰ ਕਿ ਆਪਣੇ ਪਰਿਵਾਰਕ ਪਿਛੋਕੜ ਬਾਰੇ, ਆਪਣੇ ਵਿਰਾਸਤ ਬਾਰੇ ਸਾਨੂੰ ਸਭ ਨੂੰ ਦੱਸੋ ਜੀ। ਬਹੁਤ ਅੱਛਾ। ਪਹਿਲੇ ਤਾਂ ਮੈਂ ਡਾਕਟਰ ਸਾਹਿਬ ਤੁਹਾਡਾ ਬੜਾ ਤਹਿ ਦਿਲੋਂ ਧੰਨਵਾਦੀ ਹਾਂ। ਬਹੁਤ ਧੰਨਵਾਦ। ਪਟਿਆਲਾ ਯੂਨੀਵਰਸਿਟੀ ਔਰ ਤੁਸੀਂ ਜੋ ਸਾਨੂੰ ਇਹ ਮਾਣ ਦਿੱਤਾ ਹੈ ਕਿ ਆਪ ਜੀ ਦੀ ਜਿੰਨੇ ਵੀ ਵੀਰਾਂ ਦੇ ਸਭ ਭੈਣਾਂ ਦੇ ਦਰਸ਼ਨ ਕਰੀਏ, ਸਾਧ ਸੰਗਤ ਜੀ ਦੇ। ਮੈਂ ਜਦੋਂ ਅਸੀਂ ਪਟਿਆਲੇ ਆਏ ਤੁਹਾਡੇ, ਸਭ ਤੋਂ ਪਹਿਲਾਂ ਮੈਂ ਗਿਆ ਹਾਂ ਸੰਗਰੂਰ, ਜਿੱਥੇ ਮੇਰਾ ਜਨਮ ਹੋਇਆ। ਅੱਛਾ। ਤੇ ਸੰਗਰੂਰ 'ਚ ਮਹਿੰਦਰ ਪ੍ਰਤਾਪ ਸਿੰਘ ਤੇ ਮੈਂ ਜਨਮ ਹੋਇਆ ਸਾਡਾ ਜੀ। ਔਰ ਬੜੀ ਖੁਸ਼ੀ ਹੋਈ ਇਸ ਧਰਤੀ ਪਟਿਆਲਾ ਤੇ ਆ ਕੇ। ਸਾਡੇ ਪਿਤਾ ਸੰਤ ਪ੍ਰਤਾਪ ਸਿੰਘ ਜੀ, ਮਾਤਾ ਜੀ ਜਸਵੰਤ ਕੌਰ, ਬੜੇ ਮਾਨਯੋਗ, ਔਰ ਸਾਡੇ ਤਾਇਆ ਜੀ ਭਾਈ ਰਾਮ ਸਿੰਘ ਜੀ, ਬੜੇ, ਮੈਂ ਜਿਹਨੂੰ ਕਹਾਂਗਾ ਕਿ ਬਸ ਉਹਨਾਂ ਤੋਂ ਹੀ, ਉਹਨਾਂ ਦੀ ਐਸੇ ਘਰ 'ਚ ਜਨਮ ਹੋਣਾ ਹੀ ਉਹ ਮੈਂ ਇੱਕ ਕਿਤਾਬ ਪੜ੍ਹਦਾ ਸੀ, ਉਹਦੇ 'ਚ ਇੱਕ ਰਸ਼ੀਆ ਨੇ ਲਿਖਿਆ ਸੀ ਕਿ ਜਿਹੜੇ ਆਰਟਿਸਟਾਂ ਦੇ ਜਾਂ ਕਲਾਕਾਰਾਂ ਦੇ ਬੱਚੇ ਹੁੰਦੇ ਹਨ, ਆਮ ਆਦਮੀ ਨੂੰ ਜਿੰਨਾ 30 ਸਾਲ ਤੱਕ ਪਤਾ ਲੱਗਦਾ, ਉਹਨਾਂ ਨੂੰ ਪੇਟ 'ਚ ਹੀ ਪਤਾ ਲੱਗ ਜਾਂਦਾ। ਮੈਂ ਉਸ ਗੱਲ 'ਤੇ ਥੋੜ੍ਹਾ ਹੈਰਾਨ ਸੀ, ਪਰ ਮੈਂ ਸਹਿਮਤ ਵੀ ਹਾਂ। ਮੇਰਾ ਜਨਮ ਹੋਇਆ ਜੀ ਇੱਥੇ ਸੰਗਰੂਰ ਦੇ ਵਿੱਚ 55 'ਚ। ਅੱਛਾ ਜੀ। ਹਾਂਜੀ। ਅਤੇ ਉਹ ਅਸੀਂ ਉਸ ਤੋਂ ਬਾਅਦ ਮੈਂ ਅਤੇ ਮਹਿੰਦਰ ਪ੍ਰਤਾਪ ਸਿੰਘ ਜੀ, ਆਲੀ ਮਹਿੰਦਰ ਪ੍ਰਤਾਪ ਸਿੰਘ ਮੇਰੇ ਖਿਆਲ ਨਾਲ ਕੁਛੜ ਹੀ ਸਨ ਜਦੋਂ ਅਸੀਂ। ਅੱਛਾ, ਆਪ ਜੀ ਸਭ ਤੋਂ ਵੱਡੇ ਹੋ? ਮੈਂ ਤੁਹਾਡੇ ਤੋਂ ਬਾਅਦ? ਨਹੀਂ, ਮੇਰੇ ਭੈਣਾਂ ਵੀ ਸੀ। ਅਸੀਂ 4 ਭੈਣਾਂ 4 ਭਰਾ। ਉਹਨਾਂ ਵਿੱਚੋਂ ਹੁਣ ਉਹ ਸਾਡੇ ਮਤਲਬ ਮੈਂ ਹੁਣ ਜਿਹੜੇ ਰਹਿ ਗਏ ਹਨ ਉਹਨਾਂ 'ਚੋਂ ਮੈਂ ਮਹਿੰਦਰ ਪ੍ਰਤਾਪ ਸਿੰਘ ਜੀ ਚਲੇ ਗਏ। ਪਰ ਮੈਂ ਇਹ ਕਹਿਣਾ ਚਾਹਾਂਗਾ, ਜਦੋਂ ਅਸੀਂ ਉੱਥੇ ਗਏ ਆਪਣੇ ਦਿੱਲੀ ਅਸੀਂ ਸ਼ਿਫਟ ਹੋਏ, ਸਮਾਂ ਸੀ ਬੜਾ ਉਦੋਂ ਇੱਕ ਨਾ ਇਹੋ ਜਿਹੇ ਦਿਨ ਸੀ ਕਿ ਪੈਸਾ ਬੜਾ ਘੱਟ ਹੁੰਦਾ ਸੀ, ਸਭ ਉੱਜੜ ਕੇ ਆਏ ਹੋਏ ਸੀ। ਅਸੀਂ ਰਹੇ ਉੱਥੇ, ਜੋ ਵੀ ਜ਼ਿੰਦਗੀ ਦੇ ਦਿਨ ਕੱਟੇ। ਸਾਡੀ ਮਾਂ ਨੇ, ਮੈਂ ਸਭ ਨੂੰ ਇੱਕ ਮੈਸੇਜ ਦਿਆਂਗਾ, ਪਟੇਲ ਨਗਰ 'ਚ ਸਾਡੇ ਬੜੇ ਹਿੰਦੂ ਸਕੂਲ ਵੀ ਬੜੇ ਸੀ ਜਿਹਨੂੰ ਕਹੀਦਾ, ਪਰ ਸਾਡੀ ਮਾਂ ਨੇ ਸਾਨੂੰ ਖਾਲਸਾ ਸਕੂਲ 'ਚ ਪਾਇਆ, ਉਹਦੇ ਕਰਕੇ ਜਿਹਦੇ ਸਾਨੂੰ ਜਪਜੀ ਸਾਹਿਬ ਜਾਂ ਰਾਸ ਪੰਜਵੀਂ ਤੱਕ ਹੀ ਯਾਦ ਹੋ ਗਈ। ਸੋ ਮੈਂ ਤੁਹਾਨੂੰ ਇੱਕ ਆਈਡੀਆ ਦਿਆਂਗਾ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਾਉਣਾ ਅਤੇ ਜੇ ਚਾਹੁੰਦੇ ਹੋ ਕਿ ਉਹਨਾਂ ਨੂੰ ਗੁਰਮਤਿ ਨਾਲ ਕੋਈ ਨਾਲ ਰਹਿਣ, ਤਾਂ ਫਿਰ ਸਾਡੀ ਝੋਲੀ 'ਚ ਪੈ ਗਿਆ ਖਾਲਸਾ ਸਕੂਲ ਦਿੱਲੀ। ਜਦੋਂ ਅਸੀਂ ਛੋਟੇ ਸੀ, ਬਚਪਨ ਤੋਂ ਹੀ ਜਿਵੇਂ ਘਰ ਦਾ ਮਾਹੌਲ ਹੁੰਦਾ ਹੈ। ਇਹ ਕਿੰਨੇ ਕੁ ਸਾਲ ਦੀ ਉਮਰ ਤੁਸੀਂ ਦਿੱਲੀ ਕਦੋਂ ਸ਼ਿਫਟ ਕੀਤੇ? ਦਿੱਲੀ ਜੀ ਮੇਰੀ ਉਮਰ ਹੋਏਗੀ ਉਦੋਂ 2.5 ਪੌਣੇ 3 ਸਾਲ ਦੀ। ਬਹੁਤ ਛੋਟੇ ਸੀ। ਤੇ ਮਹਿੰਦਰ ਪ੍ਰਤਾਪ ਸਿੰਘ ਜੀ ਮੇਰੇ ਤੋਂ 1.5 ਸਾਲ ਛੋਟੇ ਸੀ ਜੀ। ਉਹ ਹਲੇ ਗੋਦੀ 'ਚ ਹੀ ਹੋਣਗੇ? ਹਾਂ, ਬਿਲਕੁਲ ਗੋਦੀ 'ਚ ਸੀ। ਹਾਂ, ਛੋਟੇ। ਤੇ ਉਸ ਉਮਰ 'ਚ ਅਸੀਂ ਜਦੋਂ ਗਏ ਆ, ਤੇ ਜਿਵੇਂ ਮੁੱਖ ਦੀ ਗੱਲ ਕੀ ਘਰ ਦਾ ਐਟਮੋਸਫੀਅਰ, ਉਹ ਬੜਾ, ਹਮੇਸ਼ਾ ਸਾਡੀ ਮਾਂ ਨੇ ਜੇ ਰੋਟੀ ਬਣਾਉਣੀ ਬੜਾ ਸੁਰ ਜਗਾਉਂਦੇ ਸੀ।
ਬੜਾ ਹੀ ਸੁਰ 'ਚ ਉਹਨਾਂ ਨੇ ਗਾਣਾ, ਬੜੇ ਅੱਛੇ ਖਾਨਦਾਨ ਤੋਂ ਉਹਨਾਂ ਦਾ ਤਾਲੁਕ ਸੀ, ਬੜੇ ਵੱਡਿਆਂ ਦੀ ਧੀ ਸੀ, ਗਾਣ ਵਾਲੇ ਲੋਕ ਬੜੇ। ਤੋ ਕਹਿਣ ਤੋਂ ਭਾਵ ਹੈ ਉਹ ਸਾਡੀ ਮਾਂ ਤੋਂ ਹੀ ਸਾਨੂੰ ਜਾਂ ਪਿਤਾ ਤੋਂ ਹੀ ਬਚਪਨ 'ਚੋਂ ਹੀ ਇਹ ਕੰਨ ਤੋਂ ਫਿਰ ਦਿਮਾਗ 'ਚ ਪੈਣਾ ਸ਼ੁਰੂ ਹੋ ਗਿਆ, ਘਰ ਘਰ ਜਾਂਦਾ। ਜੇ ਜਿਹੋ ਜਿਹੀ ਜਗ੍ਹਾ 'ਚ ਤੁਸੀਂ ਰਹੋ ਤੁਹਾਡਾ ਉਹੋ ਜਿਹਾ ਦਿਮਾਗ ਬਣ ਜਾਂਦਾ। ਤੋ ਉਹਨਾਂ ਨੇ ਜਦੋਂ ਮੈਂ ਕੋਈ ਗਲਤ ਗਾਉਂਦੇ ਹੋਣਾ ਤੇ ਮੇਰੀ ਮਾਂ ਨੇ ਕਹਿਣਾ ਪੁੱਤਰ ਇੰਝ ਨਹੀਂ ਇੰਝ, ਤੇ ਸਬਜ਼ੀ ਬਣਾਉਣੀ ਤੇ ਗਾਣਾ, ਤੇ ਕੱਪੜੇ ਧੋਂਦਿਆਂ ਗਾਣਾ, ਤੇ ਉਹ ਬਸ ਜਿਹੜੀਆਂ ਗੱਲਾਂ। ਤੇ ਫਿਰ ਇੱਕ ਹੋਰ ਵੀ ਮੇਰੇ ਤੇ ਕਿਸਮਤ ਦੀ ਗੱਲ ਹੋਈ ਕਿ ਮੈਂ 6ਵੀਂ 7ਵੀਂ ਕਲਾਸ ਵਿੱਚ ਤੇ ਮੇਰੇ ਟੀਚਰ ਸਾਹਿਬ ਆਏ, ਜਦੋਂ ਇੱਕ ਟੀਚਰ ਆਏ, ਸਭ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਤਾ ਤੇ ਕਹਿਣ ਲੱਗੇ ਤੁਹਾਡੇ 'ਚੋਂ ਕੋਈ ਗਾਣ ਵਾਲਾ ਮੁੰਡਾ ਤੁਹਾਡਾ। ਕਈ ਉੱਠ ਖਲੋਤੇ ਜੀ, ਕੀ ਕਰਦਾ ਤੇਰੇ ਪਿਤਾ ਜੀ? ਟੈਕਸੀ ਚਲਾ। ਤੂੰ ਜੀ ਬਿਜ਼ਨਸ ਹੈ। ਤੂੰ ਕੀ ਕਰਦਾ? ਫੌਜ 'ਚ ਨੇ। ਮੇਰੇ ਤੇ ਜਦੋਂ ਆਏ ਤੇ ਕਹਿਣ ਲੱਗੇ ਤੂੰ ਤੇਰੇ ਪਿਤਾ ਜੀ ਕੀ ਕਰਦੇ ਨੇ? ਮੈਂ ਕਿਹਾ ਜੀ ਰਾਗੀ ਨੇ। ਕੀ ਨਾਂ ਹੈ? ਮੈਂ ਕਿਹਾ ਜੀ ਸੰਤ ਪ੍ਰਤਾਪ ਸਿੰਘ। ਮੈਨੂੰ ਜੱਫੀ 'ਚ ਪਾ ਕੇ ਕਹਿਣ ਲੱਗੇ ਮੇਰੇ ਪਾਪਾ ਜੀ ਨੂੰ ਅੱਜ ਤੱਕ ਯਾਦ ਹੈ, ਯਤੀਮ ਖਾਨੇ 'ਚ ਹੁੰਦੇ ਸੀ ਤੇ ਮੇਰੇ ਪਿਤਾ ਜੀ ਨੇ ਉਹਨਾਂ ਦੀ ਬੜੀ ਮਦਦ ਕਰਨੀ ਉਸ ਬੱਚੇ ਦੀ। ਤੋ ਸਾਡੇ ਉਹਨਾਂ ਨੇ ਬੜਾ ਪਿਆਰ ਕੀਤਾ। ਉਹਨਾਂ ਦਾ ਨਾਮ ਸੀ ਜਗਜੀਤ ਸਿੰਘ ਤਰਸ, ਤੇ ਉਹਨਾਂ ਨੇ ਮੈਨੂੰ ਮਿਊਜ਼ਿਕ ਦੇ ਵਿੱਚ ਲੈ ਲਿਆ। ਬਸ ਉਹੀ ਸਾਡੀ ਮੇਰੀ ਜ਼ਿੰਦਗੀ ਦਾ ਇੱਕ ਸ਼ੁਰੂਆਤ ਹੋ ਗਈ। ਤੁਸੀਂ ਖਾਨਦਾਨੀਅਤ ਵੀ ਹੋ ਸਕਦੀ ਹੈ, ਪਰ ਜਦ ਤੱਕ ਮਿਊਜ਼ਿਕ ਨੂੰ ਸਿੱਖੋ ਨਾ ਇਹ ਆਂਦਾ ਨਹੀਂ ਹੈ। ਸਹੀ, ਤੁਹਾਨੂੰ ਉਸਤਾਦ ਸਹੀ ਟੀਚਰ ਜਿਹੜਾ ਉਹ ਵੀ ਨਾਲ ਕਹਿਣ ਤੋਂ ਮਤਲਬ ਜਦ ਤੱਕ ਤੁਸੀਂ ਸਹੀ ਨਹੀਂ ਗਾਓਗੇ, ਮੋਸਟਲੀ ਉਹ ਤੁਸੀਂ ਫਿਰ ਗਲਤੀ ਗਾਉਂਦੇ ਰਹਿੰਦੇ ਹੋ, ਉਹ ਫਿਰ ਪ੍ਰਵਾਨ ਨਹੀਂ ਹੁੰਦਾ ਜਦ ਤੱਕ ਪ੍ਰੋਪਰ ਸਿੱਖਿਆ ਨਾ ਹੋਵੇ। ਸੋ ਇਹ ਜਿਹਨੂੰ ਕਹਿਣ ਤੋਂ ਭਾਵ ਹੈ ਕਿ ਸਕੂਲ ਦੇ ਵਿੱਚ ਵੀ ਹੋ ਗਿਆ, ਇੱਕ ਘਰ 'ਚੋਂ ਮਾਂ-ਬਾਪ ਵੀ ਹੋ ਗਏ, ਤੇ ਇਹਨਾਂ ਗੱਲਾਂ ਕਰਕੇ ਮਿੰਦਰ ਤੇ ਮੈਂ ਅਸੀਂ ਦੋਵੇਂ ਇਕੱਠੇ ਭਰਾ ਸੀ। ਤੇ ਬਸ ਇਹਨਾਂ ਚੀਜ਼ਾਂ ਨੇ ਮੇਰੀ ਜ਼ਿੰਦਗੀ 'ਚ ਜੋ ਸੀ ਇਹ ਸੀਨੀਆਂ ਹੈ। ਤੇ ਜਦੋਂ ਤੋਂ ਅਸੀਂ ਸ਼ੁਰੂ ਹੋਏ, ਮੈਂ ਭਾਵੇਂ ਖਾਲਸਾ ਕਾਲਜ 'ਚ ਗਿਆ ਵਾ, ਮੈਂ ਇੰਗਲਿਸ਼ ਆਨਰਸ ਪੜ੍ਹਦਾ ਰਿਹਾ ਵਾਂ। ਤੁਹਾਡੇ ਇੱਥੇ ਇੱਕ BS ਰਤਨ ਹੈਗੇ ਨੇ ਮੇਰੇ ਪ੍ਰੋਫੈਸਰ। ਹਾਂਜੀ ਹਾਂਜੀ। ਔਰ ਰਤਨ ਉਹਨਾਂ ਨੇ ਵੀ ਡਾਕਟਰੀ, ਹੀ ਵਾਸ ਦਾ ਇੰਗਲਿਸ਼ ਲਿਟਰੇਚਰ ਦੇ ਸਾਡੇ ਰਤਨ ਪਰਿਵਾਰ, BS ਰਤਨ, NS ਰਤਨ, ਰਮਾ ਰਤਨ ਉਹਨਾਂ ਦੇ ਭੈਣ ਜੀ। ਜੀ ਉਹੀ ਉਹਨਾਂ ਨੇ ਪੰਜਾਬੀ 'ਚ ਵੀ ਉਹਨਾਂ ਨੇ ਹੁਣ ਡਾਕਟਰੇਟ ਕੀਤੀ ਹੈ। ਸੋ ਹੀ ਵਾਸ ਮਾਈ ਤੁਹਾਡੇ ਟੀਚਰ ਸਨ, ਵਨ ਆਫ ਮਾਈ ਟੀਚਰਸ ਯੂ ਨੋ। ਅੱਛਾ, GS ਰੰਧਾਵਾ ਸੀ ਜਿਹੜੇ ਤੁਹਾਡੇ ਆਪਣੇ ਜਿੱਥੋਂ ਅੰਮ੍ਰਿਤਸਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਉਹ ਵੀ ਮੇਰੇ ਉਹ ਸਾਡੇ ਸਕੂਲ ਦੇ ਪ੍ਰੈਜ਼ੀਡੈਂਟ ਸੀ ਤੇ ਮੇਰੇ ਨਾਲ ਬੜਾ ਪਿਆਰ ਸੀ। ਤੇ ਸਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਾਂਗਾ, ਇੰਟਰ ਯੂਨੀਵਰਸਿਟੀ ਕੰਪੀਟੀਸ਼ਨ 'ਚ ਇੱਕ ਵਾਰੀ ਮੈਂ ਵੈਨਕੂਵਰ ਗਿਆ ਤੇ ਮੇਰੇ ਇੱਕ ਯਾਰ ਨੇ ਯਾਦ ਕਰਾਇਆ ਕਿ ਉਹ ਸੀ ਬਾਸਕਟਬਾਲ ਦਾ ਕੈਪਟਨ ਸੀ ਤੇ ਅਸੀਂ ਮਿਊਜ਼ਿਕ ਵਾਲਾ ਸੀ। ਕਹਿਣ ਲੱਗਾ ਕਾਲਜ ਜਾਂ ਤੇ ਸਾਡੇ ਕਰਕੇ ਬੰਦ ਹੋਇਆ ਸੀ ਸਾਡੀ, ਤੇ ਤੂੰ ਇੰਡੀਵਿਜੂਅਲ ਸੀ ਤੇਰੇ ਕਰਕੇ ਕਾਲਜ ਬੰਦ ਹੋਇਆ ਸੀ। ਕਿ ਮੈਂ ਇੰਟਰ ਯੂਨੀਵਰਸਿਟੀ ਕੰਪੀਟੀਸ਼ਨ ਸੀ ਅੰਮ੍ਰਿਤਸਰ 'ਚ, ਭਾਈ ਵੀਰ ਸਿੰਘ ਜੀ ਦੇ ਦਿਹਾੜੇ ਤੇ ਕੋਈ ਬਰਸੀ ਸੀ, ਤੇ ਉਹਦੇ 'ਚ ਮੈਨੂੰ ਫਸਟ ਪ੍ਰਾਈਜ਼ ਮਿਲਿਆ। ਕਿ ਉਸ ਜ਼ਮਾਨੇ ਦੇ ਵਿੱਚ ਕੋਈ 36 ਕਾਲਜ ਹੋਣਗੇ, ਸਵੇਰੇ 12 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਚੱਲਿਆ। ਤਾਂ ਇਹ ਸਾਡੀਆਂ ਜਿੰਨਾ ਕਰਕੇ ਮੈਨੂੰ ਗਜ਼ਲ ਗਾਉਣ ਦਾ ਵੀ ਬੜਾ ਸ਼ੌਂਕ ਸੀ, ਸੂਫੀ ਗਾਉਣ ਦਾ ਵੀ। ਪਰ ਕਿਉਂਕਿ ਕੀਰਤਨੀਏ ਮੇਰੇ ਫਾਦਰ ਸੀ, ਉਹਨਾਂ ਨੇ ਮੈਨੂੰ ਕਿਵੇਂ ਕਹਿਣਾ ਚੱਲ ਮੇਰੇ ਨਾਲ ਚੱਲ। ਮੈਂ ਕਹਿਣਾ ਭਾਬੀ ਮੇਰੇ ਇਮਤਿਹਾਨ ਨੇ, ਔਰ ਕਹਿਣਾ ਤੇਰੇ ਤੇ ਗੁਰੂ ਪਾਸ ਕਰੇਗਾ ਤੂੰ ਚੱਲ। ਤਾਂ ਇਹ ਗੱਲਾਂ ਨੇ ਜਿਹੜੀਆਂ ਜਿਨ੍ਹਾਂ ਨੇ ਜਿਹਨੂੰ ਕਹਿੰਦੇ ਨੇ ਅਪ੍ਰੈਂਟਿਸਸ਼ਿਪ, ਰਾਗੀਆਂ ਨਾਲ ਰੈਜ਼ੀਡੈਂਸੀ ਕਰਨੀ, ਰਾਗੀ ਬਣਨਾ ਜੀ, ਉਹ ਫਿਰ ਜ਼ਿੰਦਗੀ 'ਚ ਜਿਹੜਾ ਰਾਗੀ ਬਣ ਕੇ ਸੰਗੀਤ ਸਿੱਖਣਾ ਬੜਾ ਆਨੰਦ ਆਇਆ। ਉਹ ਸਭ ਤੋਂ ਬੈਸਟ ਜ਼ਿੰਦਗੀ ਸੀ। ਬਹੁਤ ਹਾਂਜੀ, ਬਹੁਤ ਅੱਛਾ ਜੀ। ਹਾਂਜੀ, ਮੈਂ ਇਹੀ ਬੇਨਤੀ ਕਰਾਂਗਾ ਭਾਈ ਸਾਹਿਬ, ਭਾਈ ਰਵਿੰਦਰ ਪ੍ਰਤਾਪ ਸਿੰਘ ਜੀ ਨੂੰ ਵੀ, ਕਿ ਆਪ ਜੀ ਦੇ ਅੱਜ ਅਸੀਂ ਜੋੜੀ ਦੇ ਜੌਹਰ ਵੇਖੇ ਨੇ ਤੇ ਕਿਸ ਤਰ੍ਹਾਂ ਦੀਆਂ ਲੈਕਾਰੀਆਂ ਜਿਹੜੀਆਂ ਨੇ, ਹਲੇ ਸ਼ਬਦ ਦੀ ਇੱਕ ਤੁਕ ਆਈ ਤੇ ਤੁਸੀਂ ਉਹਦੇ 'ਚ ਕਿੰਨੀਆਂ ਲੈਕਾਰੀਆਂ ਦਿਖਾ ਦਿੱਤੀਆਂ। ਅਸੀਂ ਦੇਖ ਰਹੇ ਸੀ ਕਿ ਕਿਸ ਤਰ੍ਹਾਂ ਤੁਸੀਂ ਔਰ ਆ ਰਹੇ ਸੀ, ਸਮ ਦੇ ਨਾਲ ਸਮ ਮਿਲਦਾ ਜਾ ਰਿਹਾ ਸੀ ਅੱਗੇ ਦੇ ਅੱਗੇ। ਤੇ ਆਪ ਜੀ ਦਾ ਜਨਮ ਕਿੱਥੇ ਹੋਇਆ ਤੇ ਪਿੱਛੋਂ ਥੋੜਾ ਹੋਰ ਦੱਸੋ, ਆਪਣੀ ਵਿੱਦਿਆ ਬਾਰੇ ਦੱਸੋ ਕਿ ਕਿੱਥੋਂ ਸਿੱਖਿਆ। ਮੈਂ ਹਜ਼ੂਰ ਮੇਰੀ ਜਿਹੜੀ ਪੈਦਾਇਸ਼ ਹੈ ਨਵੀਂ ਦਿੱਲੀ ਦੀ ਪਟੇਲ ਨਗਰ ਦੀ। ਅੱਛਾ। ਤੇ ਮੈਂ ਉੱਥੇ ਹੀ ਜੋ ਸਕੂਲ ਗ੍ਰੈਂਡ ਕੀਤੀ ਜੋ ਵੀ, ਤੇ ਫਿਰ ਕਾਲਜ ਦੇ ਵਿੱਚ ਵੀ। ਤੇ ਜਿਹੜੀ ਮਗਰ ਤਬਲੇ ਦੀ ਜਿਹੜੀ ਤਾਲੀਮ ਹੈ ਜਾਂ ਸੰਗੀਤ ਦੀ ਜਾਂ ਆਪਣੇ ਕੀਰਤਨ ਦੀ, ਜੋ ਵੀ ਥਤਲੀ ਜ਼ੁਬਾਨ 'ਚ ਥੋੜ੍ਹਾ ਬਹੁਤ ਕਹਿੰਦੇ ਹਾਂ, ਉਹ ਇਸ ਤਰ੍ਹਾਂ ਹੋਈ ਕਿ ਮੇਰੇ ਵਰਗਾ ਲੱਕੀ ਕੋਈ ਦੁਨੀਆ 'ਚ ਹੈ ਨਹੀਂ ਇਨਸਾਨ। ਵਾਹ, ਇਹ ਮੰਨਣਾ ਵਾਜਬ ਕਿ ਉਹਦਾ ਰੀਜ਼ਨ ਹੈ ਵੇ, ਮੈਂ ਜਿਹੜੇ ਮਾਹੌਲ 'ਚ ਪਲਿਆ, ਮੇਰੇ ਕੋਲ ਮੇਰੇ ਤਾਇਆ ਜੀ ਨੂੰ ਸੁਣਨਾ, ਪਾਪਾ ਜੀ ਨੂੰ ਸੁਣਨਾ, ਦੋਨੋਂ ਵੱਡੇ ਬ੍ਰਦਰ ਸੁਣਨਾ। ਅੱਛਾ, ਮੇਰੀਆਂ ਦੋ ਵੱਡੀਆਂ ਭੈਣਾਂ ਸੀ, ਉਹ ਵੀ ਬੜਾ ਅੱਛਾ ਗਾਉਂਦੇ ਸੀ। ਉਹਨਾਂ ਨੂੰ ਅਸੀਂ ਪਿਆਰ ਨਾਲ ਭੈਣ ਜੀ ਤ੍ਰਿਪਤਾ ਕਹਿੰਦੇ ਸੀ ਤੇ ਭੈਣ ਜੀ ਗਾਂਧੀ ਭੈਣ ਜੀ ਕਹਿੰਦੇ ਸੀ। ਰਣਵੀਰ ਜੀ, ਪਾਲਾ ਵੀ,
ਸੋ ਮੁਕਤੀ ਗੱਲ ਕਿ ਮੇਰੇ ਘਰ ਦੇ ਵਿੱਚ ਪੰਜੇ ਪੰਜਾਬ ਦੇ ਦਰਿਆ, ਉੱਥੇ ਹੀ ਸਿੰਧ ਵੈਸੇ ਦਰਿਆ ਤੇ ਦੁਨੀਆ ਦੀਆਂ ਜਿੰਨੀਆਂ ਗੋਦਾਵਰੀ ਹੈ ਨਾ, ਬ੍ਰਹਮਪੁੱਤਰ, ਜਿੰਨੀਆਂ ਨਦੀਆਂ, ਨਰਮਦਾ, ਸਾਰੀਆਂ ਮੇਰੇ ਘਰ 'ਚ ਪੈਂਦੀਆਂ। ਮੈਨੂੰ ਬਾਹਰੋਂ ਕਿਸੇ ਜਿੱਥੇ ਰਹਿੰਦੇ ਸੀ ਦਿੱਲੀ ਸਟੇਸ਼ਨ ਰੇਡੀਓ ਔਰ ਟੀਵੀ ਸਟੇਸ਼ਨ ਬੜੇ ਪ੍ਰੋਫੈਸ਼ਨਲ ਮਿਊਜ਼ੀਸ਼ੀਅਨ ਦੇਖਣ ਨੂੰ ਮਿਲਣਾ, ਸੁਣਨਾ, ਮਗਰ ਮਨ 'ਚ ਨਾ ਕੁਝ ਰਹਿਣਾ, ਨਹੀਂ ਯਾਰ ਕੁਝ ਮਿਸਿੰਗ ਹੈ, ਦੇयर ਇਜ਼ ਮਿਸਿੰਗ ਸਮਥਿੰਗ। ਸੋ ਘਰ ਦੇ ਵਿੱਚ ਬੜਾ ਨਾ ਇੱਕ ਉਹ ਸੀਗਾ। ਤੇ ਆਮ ਸੋ ਲੱਕੀ ਕਹਾਂਗਾ ਕਿ ਮੈਨੂੰ ਜਿਹੜੀ ਜਾਗ ਲੱਗੀ ਨਾ ਸੰਗੀਤ ਦੀ, ਘਰ ਤੋਂ ਹੀ ਸਭ ਕੁਝ ਪ੍ਰਾਪਤ ਹੋ ਗਿਆ, ਮੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਪ੍ਰਾਪਤੀ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਇੱਕ ਮਨ 'ਚ ਨਾ ਕਰਨ ਦੀ ਖੁਆਇਸ਼, ਇੱਛਾ ਪੈਦਾ ਹੋ ਜਾਵੇ, ਜੀ ਜੀ, ਔਰ ਇੱਕ ਰਸਤਾ ਮਿਲ ਜਾਵੇ। ਰਸਤਾ ਹਾਂ ਕਿ ਤੁਸੀਂ ਇਹ ਕਰਨਾ ਹੈ। ਸੋ ਉਹਦੇ ਸਦਕੇ ਫਿਰ ਤੁਹਾਡੀ ਆਪਣੀ ਕਸਰਤ ਹੁੰਦੀ ਜ਼ਿੰਦਗੀ ਦੇ ਵਿੱਚ, ਕਿੰਤੂ ਪਰੰਤੂ ਤੁਸੀਂ ਆਪਣੇ ਆਪ ਨਾ ਕਰਦੇ ਹੋ। ਜਿਹੜਾ ਟਰੂ ਆਰਟਿਸਟ ਹੁੰਦਾ, ਹੀ ਵਿਲ ਨੈਵਰ ਸੈਟੀਸਫਾਈਡ, ਬਿਲਕੁਲ ਹੀ ਆਲਵੇਸ ਲੁਕਿੰਗ ਸਮਥਿੰਗ ਫॉर द ਨੈਕਸਟ ਲੈਵਲ। ਜੀ ਇਵਨ ਯੂ ਡਰਿੰਕ ਸਮਥਿੰਗ, ਕੋਈ ਜੇ ਤੁਸੀਂ ਕੁਝ ਸੰਗੀਤ ਦਾ ਨੈਕਟਰ ਪੀਤਾ ਹੈ, ਮਗਰ ਤੁਸੀਂ ਹਮੇਸ਼ਾ ਪਿਆਸੇ ਹੀ ਰਹਿੰਦੇ ਹੋ। ਬਿਲਕੁਲ ਜੀ, ਜਿੰਨਾ ਕਰਦੇ ਹੋ ਨਾ ਅੱਗੇ ਨਜ਼ਰ ਆਉਂਦਾ ਵੀ ਹਲੇ ਤਾਂ ਹੋਰ, ਹਾਂਜੀ। ਜਿੰਨਾ ਗਹਿਰਾ ਜਾਂਦੇ ਆ ਉਹਨਾਂ ਨਜ਼ਰ ਆਉਂਦਾ ਵੀ ਹਲੇ ਤਾਂ ਹੋਰ ਬਹੁਤ ਥੱਲੇ ਆ, ਜਿੰਨਾ ਉੱਪਰ ਉੱਠਦੇ ਆ ਉਹਨਾਂ ਦਿਖਦਾ ਕਿ ਹਲੇ ਤਾਂ ਹੋਰ ਵੀ ਹੈ। ਬਟ ਸਾਨੂੰ ਇੱਕ ਚੀਜ਼ ਮੈਂ ਵਿੱਚ ਤੁਹਾਨੂੰ ਸੌਰੀ ਕਹਿ ਜੀ, ਰਿਹਾ ਜੀ, ਜੀ। ਕਿ ਆਪ ਜੀ ਦਾ ਵਾਦਨ ਸੁਣ ਕੇ ਨਾ ਅੱਜ ਜੀ, ਇਹ ਗੱਲ ਜੋ ਮੈਨੂੰ ਜਿੰਨੀ ਕੁ ਸਮਝ ਆਇਆ, ਜੋ ਤੁਛ ਜੀ ਸਮਝ ਆਇਆ ਕਿ ਤੁਹਾਡਾ ਨਿਵੇਕਲਾ ਵਾਦਨ ਹੈ, ਧੰਨਵਾਦ। ਇਹ ਹੋਰ ਕਿਸੇ ਵਰਗਾ ਨਹੀਂ ਹੈ। ਇੱਕ ਹੁੰਦਾ ਨਾ ਕਿ ਸਾਨੂੰ ਲੱਗਦਾ ਅੱਛਾ ਇਹ ਉਹਦੇ ਫੁੱਲੀ ਆਹਾ। ਸ਼ੈਲੀ ਹੈ, ਵਾਹ, ਉਹਦੇ ਵਾਹ, ਵਰਗਾ ਹੈ, ਬਹੁਤ ਉਹਦੇ ਵਰਗਾ ਹੈ। ਆਪ ਜੀ ਦਾ ਵਾਦਨ ਸੁਣ ਕੇ ਇਹ ਲੱਗ ਰਿਹਾ ਸੀ ਕਿ ਉਹ ਆਪ ਜੀ ਦਾ ਹੀ ਹੈ। ਬਸ ਉਹਦੇ ਬਾਰੇ ਮੈਂ ਇੱਕ ਤਬਲੇ ਦੇ ਯੂਨੀਕਨੈਸ ਹੈ ਇੱਕ। ਜਿਹੜੇ ਤਾਲ ਨੂੰ ਸੁਣਨ ਵਾਲੇ ਬੱਚੇ ਜਾਂ ਬੱਚੀਆਂ ਜਾਂ ਕੋਈ ਵੀ ਕਿਸੇ ਜੈਂਡਰ, ਕਿਸੇ ਏਜ ਦੇ ਵੀ ਲੋਕ, ਕਿਉਂਕਿ ਤਾਲ ਜਿਵੇਂ ਸੁਰ ਆਪਣੇ ਸਰੀਰ 'ਚ ਵਾਸ ਕਰਦੀ ਹੈ ਨਾ, ਤਾਲ ਵੀ ਨੈਚੁਰਲ ਵਾਸ ਕਰਦਾ, ਉਹ ਹਿਲਦਾ ਹੈ, ਜੁਲਦਾ ਬੰਦਾ ਉਸ ਤਰ੍ਹਾਂ ਹੀ ਰਿਦਮ ਨਾਲ। ਤਾਂ ਉਹਨਾਂ ਨੂੰ ਸੁਣਾਉਣ ਵਾਸਤੇ ਮੈਂ ਇੱਕੋ ਗੱਲ ਕਹਾਂਗਾ, ਮੈਂ ਬੇਟੇ ਇਹ ਮੇਰੇ ਜਿਹੜੇ ਬੋਲ ਨੇ, ਇਹ ਪੋਟੇ ਦੇ ਬੋਲ ਨੇ, ਕਨਾਰ ਦੇ ਬੋਲ। ਪੰਜੇ ਘਰਾਣੇ ਮੈਨੂੰ ਮੂੰਹ ਜ਼ਬਾਨੀ ਯਾਦ ਨੇ, ਹੱਥ ਖੜਾ ਕਰਕੇ ਕਹਿਣਾ ਕੋਈ ਕਿਸੇ ਚੀਜ਼ ਦੀ ਵੀ। ਫਿਰ ਉਹਨਾਂ ਦੇ ਵਿੱਚ ਮਹਾਰਤ ਮੈਂ ਲੱਕੀ, ਫਿਰ ਉਹ ਲੱਕੀ ਨਿਕਲਿਆ ਕਿ ਮੈਨੂੰ ਬੜੇ ਬੜੇ ਜਿਹੜੇ ਮੁਸ਼ਕਿਲ ਤਾਲ ਕੇ ਜਿਹੜੇ ਦੁਨੀਆ ਸਿਰਫ ਤਸੱਵੁਰ ਕਰਦੀ ਹੈ, ਸੁਪਨੇ 'ਚ ਸੁਣਦੀ, ਮੈਨੂੰ ਇੰਜ ਮਿਲ ਗਏ, ਘਰ ਮਿਲ ਗਏ। ਅੱਜ ਵੀ ਮੈਨੂੰ ਇੰਜ ਮਿਲ ਗਏ 15 ਮਾਤਰਾ 13 ਮਾਤਰਾ ਵਾਹਿਗੁਰੂ ਸਵਾਰੀ ਸੁਣਾਈ ਹੈ। ਔਰ ਬਾਕੀ ਇਹ ਚੀਜ਼ਾਂ ਹੁਣ ਮਿਲਦੀਆਂ ਹੀ ਨਹੀਂ ਹੈ, ਬਹੁਤ ਘੱਟ, ਕੋਈ ਬਹੁਤ ਵਿਰਲਾ ਹੈ। ਸੋ ਮੈਂ ਇਹਨੂੰ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ, ਮੇਰੀ ਕੋਈ ਵਡਿਆਈ ਨਹੀਂ। ਬਾਕੀ ਇੱਕ ਗੱਲ ਹੋਰ ਦੱਸਾਂ ਛੋਟੀ ਜੀ, ਮੈਂ ਐਡ ਕਰਨ ਲੱਗਾ, ਆਮ ਨਾਟ ਬ੍ਰੈਗਿੰਗ ਮਾਈ ਸੈਲਫ। ਦੁਨੀਆ ਕਹਿੰਦੀ ਹੈ ਕਿ ਮੈਂ ਇੰਨੀ ਉਮਰ 'ਚ ਸਿੱਖਿਆ, ਛੋਟੀ ਉਮਰ 'ਚ ਸਿੱਖਿਆ। ਮੈਂ ਸਹੀ ਮਾਇਨੇ 'ਚ ਮੈਂ 28 ਸਾਲ 2 ਮਹੀਨੇ ਦਾ ਸੀ, ਮੈਂ ਅਮਰੀਕਾ ਗਿਆ ਤੇ ਮੈਂ ਆਪਣੇ ਬ੍ਰਦਰ ਤੇ ਆਪਣੇ ਪਾਪਾ ਜੀ ਨਾਲ, ਉਹਨਾਂ ਨਾਲ ਮੈਂ ਬਹਿੰਦਾ, ਸਿਰਫ ਬੈਠਦਾ ਸੁਣਦਾ ਸੀ ਕੰਨਾਂ ਨਾਲ, ਕਰਦੇ ਕੀ ਨੇ ਯਾਰ ਜੀ। ਫਿਰ ਐਸੀ ਕਿਰਪਾ ਹੋਈ ਮਹਾਰਾਜ ਨੇ, ਜਿਵੇਂ ਬਾਹੋਂ ਫੜ ਲਿਆ ਨਾ ਕਿ ਤੂੰ ਹੁਣ ਜਾਣਾ ਨਹੀਂ, ਵੱਡੀ ਉਮਰ 'ਚ। ਡੇ ਸਾਹਿਬ ਤਾਫੂ ਸਾਹਿਬ ਕਹਿਣ ਲੱਗੇ ਅਸੀਂ ਪਾਕਿਸਤਾਨ ਗਏ, ਵੇਖ ਲਓ ਕਿੱਡੇ ਉਸਤਾਦ ਨੇ, ਜੀ ਕਿੱਡੇ ਉਸਤਾਦ ਨੇ। ਤੇ ਹਜ਼ੂਰ ਉਹਨਾਂ ਨਾਲ ਕਿਤੇ ਇੱਕ ਵਾਰੀ ਮੇਰਾ ਟੱਕਰਾ ਹੋ ਗਿਆ। ਉਹ ਕਹਿਣ ਲੱਗੇ ਮੈਨੂੰ ਕਮਰੇ 'ਚ ਲਾ ਕੇ, ਕਹਿੰਦਾ ਅੱਜ ਤੱਕ ਮੈਂ ਕਿਸੇ ਨੂੰ ਬੋਲਣ ਨਹੀਂ ਦਿੱਤਾ, ਤੇਰੇ ਅੱਗੇ ਮੈਂ ਵੀ ਮੈਂ ਹੈਰਾਨ ਹਾਂ, ਕਰਦਾ ਕੀ ਹੈ, ਕਰਦਾ ਕੀ ਹੈ। ਤਾਲ ਐਸੇ ਕਿਉਂਕਿ ਮੈਂ ਉਹਨੂੰ ਸਾਹਿਬ ਐਵੇਂ ਤੁਹਾਨੂੰ ਪਤਾ, ਸਾਨੂੰ ਇੱਕ ਜਿਹਨੂੰ ਨਾ ਇੱਕ ਮੈਂ ਤੇ ਮਹਿੰਦਰ ਪ੍ਰਤਾਪ ਸਿੰਘ ਨਾ, ਅਸੀਂ ਹਜ਼ੂਰ ਸਾਨੂੰ ਬੜਾ ਇੱਕ ਪਤਾ ਨਹੀਂ ਰੱਬ ਵੱਲੋਂ ਹੀ ਬਖਸ਼ਿਸ਼ ਸੀ। ਡਾਕਟਰ ਸਾਹਿਬ ਅਸੀਂ ਜਦੋਂ 1984 'ਚ ਆਏ ਹਾਂ, ਪੰਜਾਬ ਐਂਡ ਸਿੰਧ ਬੈਂਕ ਦਾ ਹੋਇਆ ਇੱਥੇ ਕੀਰਤਨ ਜਲੰਧਰ 'ਚ, ਜੀ, ਉੱਥੇ ਅਸੀਂ ਇੰਦਰਤਾਲ ਗਾਇਆ। ਵਾਹ। ਇੱਕ ਬਿਆਗੜੇ ਦੀ ਰੀਤ ਸੀ, ਉਹ ਮੈਂ ਰੀਤ ਜਦੋਂ ਗਾਈ ਤੇ ਕੋਈ ਡਾਕਟਰ ਸਾਹਿਬ ਨੇ, ਜਿਨ੍ਹਾਂ ਜਿਹੜੇ ਅਜੀਤ ਦੇ ਡਾਕਟਰ, ਕੀ ਉਹਨਾਂ ਦਾ ਨਾਮ ਹੈ, ਜਗੀਰ ਸਿੰਘ, ਡਾਕਟਰ ਜਗੀਰ ਸਿੰਘ ਜੀ, ਉਹਨਾਂ ਨੇ ਲਿਖਿਆ ਕਿ ਉਹਨਾਂ ਨੇ ਉਦੋਂ ਅਜੀਤ 'ਚ ਲਿਖਦੇ ਸੀ, ਮੈਨੂੰ ਉਹਨਾਂ ਦਾ ਨਾਂ ਤਾਂ ਯਾਦ ਹੈ। ਉਹਨਾਂ ਨੇ ਲਿਖਿਆ ਕਿ ਅੱਜ 200 ਸਾਲ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਕਿਸੇ ਨੇ ਇੰਦਰਤਾਲ ਗਾਇਆ। ਤਾਂ ਇੱਕ ਗੱਲ ਹੈ ਕਿ ਉਹਨਾਂ ਚੀਜ਼ਾਂ ਨੂੰ ਸ਼ੁਰੂ ਕੀਤਾ ਤੇ ਉਹ ਸਾਡੇ ਜਿਹੜੇ ਚਲੇ ਗਏ ਨੇ ਦਰਗਾਹ 'ਚ, ਮਹਿੰਦਰ ਪ੍ਰਤਾਪ ਸਿੰਘ ਜੀ, ਤੇ ਉਹਨਾਂ ਨੇ ਅਸੀਂ ਸ਼ੁਰੂ ਕੀਤਾ ਕੰਮ, ਤੇ ਮੈਂ ਸ਼ੁਰੂ ਕਰਨਾ ਤੇ ਉਹਨਾਂ ਨੇ ਆਏ ਹਾਏ ਵਜਾਣਾ। ਤੇ ਇਹ ਜਿਹੜਾ ਪਤਾ ਨਹੀਂ, ਮੈਨੂੰ ਕੋਈ ਪੁੱਛਣ ਲੱਗਾ ਕਿ ਇਹ ਤੂੰ ਕਿੱਥੋਂ, ਮੇਰੇ ਪਾਪਾ ਜੀ ਵੀ ਪਿਤਾ ਬੜਾ ਪਿਆਰ ਕਰਦੇ ਸੀ, ਕਹਿਣਾ ਯਾਰ ਅਸੀਂ ਵੀ ਬੜੇ ਉਸਤਾਦ ਸੁਣੇ ਨੇ,
ਜੀ ਡਾਕਟਰ ਸਾਹਿਬ ਮੈਂ ਸੱਚਾਈ ਦੇ ਤੌਰ ਤੇ ਬਿਆਨ ਕਰਨਾ, ਇੱਕ ਸਭ ਤੋਂ ਵੱਡਾ ਗ੍ਰੰਥ ਹੈ ਅਨੁਭਵ ਗ੍ਰੰਥ। ਹਾਂ, ਸੈਲਫ ਰਿਅਲਾਈਜੇਸ਼ਨ। ਜੀ ਜੀ ਅਨੁਭਵ ਪ੍ਰਕਾਸ਼ ਹੈ ਇੱਕ, ਜਿਹੜਾ ਮਹਾਰਾਜ ਤੁਹਾਨੂੰ ਲਾਈਟ ਦਿੰਦਾ ਹੈ। ਉਸ ਲਾਈਟ ਨਾਲ ਹਜ਼ੂਰ ਆਪੇ ਸਿਖਾਉਂਦੇ ਨੇ ਫਿਰ। ਹਜ਼ੂਰ ਜੀ ਉਸ ਲਾਈਟ ਨਾਲ ਜੇ ਸਵਾਰੀਆਂ ਗਾਣੀਆਂ ਸ਼ੁਰੂ ਹੋਣੀਆਂ, ਜੀ ਜੇ ਕੋਈ ਚੀਜ਼ ਗਾਣੀ ਸ਼ੁਰੂ ਹੋਣੀ, ਤੇ ਸਾਡੀਆਂ ਰਿਕਾਰਡਿੰਗਸ ਨੇ ਜਿਹੜੀਆਂ, ਉਹ ਜਿਹੜੀਆਂ ਅਸੀਂ ਛੋਟੀ ਉਮਰ 'ਚ ਗਾਈਆਂ ਹੋਈਆਂ ਨੇ, 22-24 ਸਾਲ ਦੀਆਂ। ਇੱਕ ਵਾਰੀ ਕੋਈ ਮਹਾਰਾਜ ਸਾਡੀ ਕੌਮ ਦੇ ਬੜੇ, ਤੁਸੀਂ ਆ ਜਿਹੜੇ ਜਵਾਲਾ ਸਿੰਘ, ਥੋੜ੍ਹਾ ਗੱਲ ਮੈਨੂੰ ਯਾਦ ਆ ਗਈ ਹੈ ਉੱਥੋਂ। ਜੀ ਇੱਕ ਰਾਗੀ ਅਮਰ ਸਿੰਘ ਹੁੰਦੇ ਸੀ, ਉਹ ਕਹਿਣ ਲੱਗੇ ਅੱਜ ਅਸੀਂ ਕਿਤੇ ਸਾਡੇ ਦਵਿੰਦਰ ਜੀ ਰੋਟੀ ਸੀ, ਤੇ ਭਾਈ ਗੁਰਚਰਨ ਸਿੰਘ, ਕਰਤਾਰ ਸਿੰਘ ਤੇ ਮੈਂ, ਕਹਿੰਦਾ ਵੈਨ 'ਚ ਗਏ ਤੇ ਬੈਠੇ, ਤੇ ਉੱਥੇ ਇੱਕ ਚੀਜ਼ ਲੱਗੀ ਹੋਈ ਸੀ, ਅਸੀਂ ਦੋਵੇਂ ਬ੍ਰਦਰ ਗਾ ਰਹੇ ਹਾਂ, ਉਹ ਸ਼ਾਇਦ ਇੰਟਰਨੈਟ ਤੇ ਵੀ ਹੈ, ਤੰਨਾ ਮੁੰਨਾ ਸਭ ਹਰ ਕਾ ਨਾਮ ਲਿਖ ਲੈ ਗੁਜ਼ਰੀਰ, ਹਰ ਕਾ ਨਾਮ ਲਿਖ ਲੈ ਭੁੱਲਣਾ ਦਬੇ ਤਜੂ ਹੈ ਕਬੇ ਮੁਸਬਤ ਡੋਬੇ ਕਬੀਰ ਕਮਾਈ ਬਗੇ ਡੋਬੇ बारिक कैसे जीवे डगराई, हर का नाम लिख लियो जरीर, हर का नाम लिख लियो जरीर, हर का नाम ਅਸੀਂ 4 ਸਾਲ ਦੀ। ਉਹ ਕਹਿਣ ਲੱਗੇ, ਅਮਰ ਸਿੰਘ, ਮੈਂ ਕਿਹਾ ਭਾਈ ਸਾਹਿਬ ਨੂੰ ਕਿਹਾ, ਭਾਈ ਅਵਤਾਰ ਸਿੰਘ, ਭਾਈ ਸਾਹਿਬ ਕੀ ਖਿਆਲ ਹੈ ਤੁਹਾਡਾ ਗਾਣੇ ਵਜਾਣੇ? ਕਹਿੰਦੇ ਇਹਦੇ ਲਈ 2-4 ਜਨਮ ਚਾਹੀਦੇ ਨੇ। ਪਤਾ ਨਹੀਂ, ਇੱਕ ਰੀਅਲਾਈਜੇਸ਼ਨ ਹੈ। ਲੋਕਾਂ ਨੇ ਕਹਿ ਰਹੇ ਕਿ ਇਹ ਭਾਨਮਤੀ ਜਾਂ 4 ਤਾਲ ਦੀ ਸਵਾਰੀ ਗਾਣੀ ਹੈ, ਤੇ ਇਹ ਜਿਹੜੀਆਂ ਡਾਕਟਰ ਸਾਹਿਬ ਜਿਹੜੀ ਸਾਡੇ ਖੂਨ 'ਚ ਵਸ ਜਾਣਾ, ਐਵੇਂ ਖੂਨ ਮੇਰੇ ਨਾਲ। ਇਹ ਜਿਹੜੇ ਮਹਾਰਾਜ ਜੀ ਸੁਣਨ ਵਾਲੇ ਪਿਆਰਿਓ, ਇਹ ਜੋ ਮੈਂ ਵਜਾਇਆ, ਇਹਨੂੰ 9 ਮੁਕਾਣੇ ਕਹਿੰਦੇ ਨੇ ਬੇਦਮ, ਔਰ ਇਹ ਪੰਜਾਬ ਦੇ ਕਲਾ ਦੇ ਵਿੱਚ ਹੀ ਸੀ। ਵਾਹ। ਔਰ ਪੰਜਾਬ ਦੇ ਵਿੱਚ ਹੀ ਸਿਰਫ ਲਗੀ ਔਰ ਪਰਨ ਵਜਾਣੀ, ਇਹ ਪੰਜਾਬ ਦੀ ਦੇਣ ਹੈ। ਜੀ ਔਰ ਪੰਜਾਬ ਦੇ ਵਿੱਚ ਵੀ ਪਖਾਵਜੀਆਂ ਦੀ ਦੇਣ ਹੈ। ਪਖਾਵਜ ਨੂੰ ਜਦੋਂ ਜੋੜੀ ਤੇ ਬੰਦ ਕੀਤਾ, ਬੋਲ ਲਗਾਏ, ਇਹ ਉਦੋਂ ਦੀ ਚੀਜ਼ ਹੈ। ਫਿਰ ਐਸੀ ਚੀਜ਼ ਪੈਦਾ ਹੋਈ, ਫਿਰ ਉਹਦੇ ਬਾਅਦ ਸਾਰੇ ਘਰਾਣਿਆਂ ਨੇ ਫੋਲੋ ਕੀਤਾ, ਫੋਲੋ ਕਰਨ ਲੱਗੇ। ਔਰ ਲਗੀ ਵਜਾਣੀ, ਜਿੰਨਾ ਵੀ ਮੈਂ ਇਲਮ ਵਜਾਣਾ, ਮੈਂ ਲਗੀ ਕਾਇਦੇ ਵਜਾਣਾ, ਉਹ ਸਭ ਤੋਂ ਡਿਫਿਕਲਟ ਹੁੰਦਾ ਹੈ। ਕਿਸੇ ਨੂੰ ਕਹੋ ਨਾ ਠੁਮਰੀ ਦੇ ਬਾਅਦ ਉੱਠ, ਜਾਂ ਲਾਈਟ ਦੇ ਬਾਅਦ ਉੱਠ ਵੀ ਤਬਲੇ ਵਾਲਾ ਵਜਾ ਹੁਣ, ਤੇ ਨਾ 3 ਮਿੰਟਾਂ ਬਾਅਦ ਉਹਦਾ ਇਲਮ ਖਤਮ ਹੋ ਜਾਂਦਾ, ਉਹਨੂੰ ਸਮਝ ਨਹੀਂ ਆਉਂਦਾ ਕਿ ਮੈਂ ਕੀ ਵਜਾਵਾਂ। ਤੇ ਲਗੀ ਕਾਇਦੇ ਇਸ ਤਰ੍ਹਾਂ ਨੇ, ਜਿਹੜਾ ਫਿਰ ਜਿਹਦਾ ਅਸੀਂ ਜ਼ਿੰਦਗੀ 'ਚ ਉਹਨੂੰ ਵਜਾਇਆ, ਗਾਇਆ, ਔਰ ਉਹਨੂੰ ਸਿਮਰਨ ਕੀਤਾ, ਉਹ ਇਸ ਤਰ੍ਹਾਂ ਹੈ ਕਿ 7-7 ਘੰਟੇ ਵੀ ਚੱਲੇਗਾ। ਹਰ ਵਾਰੀ ਡਿਫਰੈਂਟ ਅਲਟੇ ਪਲਟੇ ਆਉਣਗੇ। ਡਾਕਟਰ ਸਾਹਿਬ, ਮੈਂ ਤੁਸੀਂ ਜਿਵੇਂ ਜੀ ਇੱਕ ਗਿਆਨ ਦੀ, ਜੇ ਤੁਸੀਂ ਬੜੇ ਗਿਆਨਵਾਨ ਹੋ, ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਜਿਹੜੇ ਤੁਸੀਂ ਲੋਕ ਹੋ, ਤੁਹਾਡੇ ਹੱਥ 'ਚ ਬੜਾ ਕੁਝ ਹੈ। ਜਿਵੇਂ ਮਾਂ ਪਿਓ, ਤੁਹਾਡੇ ਹੱਥ 'ਚ ਕੁਝ ਚੀਜ਼ਾਂ ਨੇ, ਕਲਾਕਾਰ ਨੇ, ਸਾਡਾ ਕੰਮ ਹੈ ਇੱਕ ਚੀਜ਼ ਨੂੰ। ਮੈਂ ਹਜ਼ੂਰ ਇੱਕ ਵਾਰੀ ਦਰਬਾਰੇ ਦੀ ਗੱਲ ਕਰਦਾ ਵਾ ਸੀ, ਕਾਣੇ ਦੀ ਗੱਲ ਕਰ ਰਹੇ, ਉਹ तो मैं एक गल कहना चाहना हजूर की जे ਇੰਦਰਤਾਲ ਗਾਣਾ ਨਾ, ਕਿਸੇ ਵੀ ਤੁਸੀਂ ਮੈਨੂੰ ਕਹੋ ਦਵਿੰਦਰ ਜੀ ਇਹਦਾ ਇੰਦਰਤਾਲ ਸੁਣਾ ਦਿਓ, ਇਹ ਜਿਹੜੀ ਤੁਸੀਂ ਹੁਣ ਗਾਈ ਹੈ ਕੰਪੋਜੀਸ਼ਨ, ਇਹ ਕਿਹਦੀ ਹੈ? ਇਹ ਹਜ਼ੂਰ ਇਹ ਭਾਈ ਤਾਬਾ ਜੀ ਦੀ। ਮੇਰੇ ਪਿਤਾ ਜੀ ਨੂੰ ਮੈਂ ਤੁਹਾਨੂੰ ਗੱਲ ਕਵਾਂਗਾ ਹਜ਼ੂਰ, ਉਹ ਸਾਰੇ ਕਹਿੰਦੇ ਸੀ ਰਬਾਬੀ ਘਰਾਣਾ। ਮੇਰੇ ਫਾਦਰ ਨੂੰ ਭਾਈ ਤਾਬਾ ਜੀ ਨੇ ਪੁੱਤਰ ਬਣਾਇਆ, ਤੇ ਉਹਨਾਂ ਨੇ ਤਾਂ
ਉਹਨਾਂ ਨੇ ਕਹਿਣਾ ਇਹ ਮੇਰਾ ਪੁੱਤਰ ਹੈ, ਭਾਈ ਤਾਬਾ ਜੀ ਨੇ ਕਹਿਣਾ, ਤੇ ਮੈਨੂੰ ਮਾਣ ਪ੍ਰਾਪਤ ਹੈ ਕਿ ਐਡੇ ਗੁਣੀਆਂ ਦਾ। ਵੇਖੋ ਇਹ ਚੀਜ਼ਾਂ ਨੇ ਜੀ ਡਾਕਟਰ ਸਾਹਿਬ, ਇਹਨਾਂ ਨੂੰ ਸਮਝਣ ਦੀ ਮਤਲਬ ਮੈਂ ਕਹਾਂਗਾ ਕਿ ਅੱਜ ਜੇ ਅਸੀਂ ਉੱਥੇ ਬਿਹਾਗੜਾ ਗਾਇਆ, ਜੇ ਮੈਂ ਇਹਦਾ ਗਾ ਰਿਹਾ, ਜੇ ਮੈਂ ਪੂਰੀਆ ਤਨਾਸ਼ੀ ਦਾ ਇੰਦਰਤਾਲ ਗਾ ਰਿਹਾ ਵਾਂ, ਜੇ ਮੈਂ ਆਸਾ ਦਾ ਇੰਦਰਤਾਲ ਗਾ ਰਿਹਾ ਵਾਂ, ਤੋ ਇਹਨਾਂ ਗੱਲਾਂ ਨੂੰ ਇਹ ਸਾਡਾ ਹੀ ਸੀ। ਜਿਵੇਂ ਅੱਜ ਮੈਂ ਸਵੇਰੇ ਕੀਰਤਨ ਚ ਕਹਿ ਰਿਹਾ ਸੀ ਨਾ, ਮੈਂ ਆਰਕਾਈਵ ਨੂੰ ਵੀ ਕਹਿ ਦਿਆਂ, ਵੱਡੇ ਜ਼ਾਕਿਰ ਹੁਸੈਨ ਜੀ ਨਾਲ ਇੱਕ ਵਾਰੀ ਅਸੀਂ ਸ਼ੁਰੂ ਹੋਏ ਉਦੋਂ ਮੈਂ ਮਾਤਲ ਛੇੜਿਆ, ਜ਼ਾਕਿਰ ਜੀ ਨੇ ਬੜਾ ਅੱਛਾ ਵਜਾਇਆ, ਮੈਂ 11 ਛੇੜੀ, ਉਹਨਾਂ ਨੇ ਉਸ ਚੀਜ਼ ਤੇ ਉੱਤੇ ਆਪਣੀ ਇੱਕ ਟੇਪ ਵੀ ਬਣਾਈ ਹੋਈ ਹੈ, ਮੈਂ 13 ਛੇੜੀ ਵਜਾ ਰਹੇ ਸੀ, 15 ਵੀ ਛੇੜੀ ਵਜਾ ਰਹੇ ਸੀ, जो 17 छड़ी तो एकदम ठाठा करके उठ के बैठ गए कि महेंद्र जी आप बजाएं, क्योंकि रविशंकर साहब जी ने एक बार छेड़ी थी पर मैं आउट ऑफ टच हूँ, आप बजाएं। हाँ जी, मैं ਜਦੋਂ ਆਪਣਾ शिखर ताल ਨੂੰ ਛੇੜਿਆ, ਜਿਹੜੇ ਮਹਿੰਦਰ ਪ੍ਰਤਾਪ ਦਾ ਤਬਲਾ ਸੀ ਨਾ ਭਾਜੀ, ਉਹਨਾਂ ਦਾ ਗਿਣਤਕਾਰੀ ਭਾਜੀ ਉਹਨਾਂ ਦੀ ਸੀ। ਇਹ ਕਿਹੜੇ ਸਾਲ ਦੀ ਗੱਲ ਹੈ ਜਿਹੜੀ ਜ਼ਾਕਿਰ ਜੀ ਦਾ ਦੱਸ? ਇਹ ਜ਼ਾਕਿਰ ਜੀ ਦੀ ਸੂਰ 83, ਇਹ ਸੈਨ ਫ੍ਰਾਂਸਿਸਕੋ। ਅੱਛਾ, ਸੈਨ ਫ੍ਰਾਂਸਿਸਕੋ ਉਹਨਾਂ ਦੇ ਘਰ ਜ਼ਾਕਿਰ ਜੀ ਨੇ ਸਾਨੂੰ ਆਪਣੇ ਘਰ ਬੁਲਾਇਆ, ਤੇ ਮੈਨੂੰ ਜਦੋਂ ਮੈਂ ਸ਼ੁਰੂ ਕੀਤੀ ਉਹਨਾਂ ਦਿਨਾਂ ਚ ਅਸੀਂ ਧਨ ਜ਼ੁਬਾ ਵੀ ਧਨ ਜ਼ੁਬਾ ਵੀ ਦਵਲ ਗਏ, ਧਨ ਧਨ ਜ਼ੁਬਾ ਵੀ ਧਨ ਵੀ ਦਵਲ ਗਏ, ਹਜ਼ੂਰ ਇਹ ਜਦੋਂ ਜ਼ੁਬਾਨ ਤੇ ਬੋਲ, ਇੱਕ ਸੈਕਿੰਡ ਹੁਣ ਤੁਸੀਂ ਰੁਕੋ, ਹੁਣ ਵਾਹ ਜੀ ਵਾਹ, ਜ਼ੁਬਾਨ ਤੇ ਬੋਲ, ਇਹ ਜਿਹੜੀ ਲੈਵ ਹੈ ਨਾ, ਇਹ ਕਹਿ ਰਹੇ ਤੇ ਸ਼ਿਖਰ ਤਾਲ, ਇਹ ਅਰਧ ਸ਼ਿਖਰ ਤਾਲ ਬਣ ਗਈ। ਉਸ ਤੋਂ ਪਹਿਲੇ ਅਰਧ ਇੰਦਰ ਤਾਲ ਸੀ ਉਹ ਲੈਵ। ਇਹ ਲੈਵ ਨਾਲ ਜਾਣ ਕੇ ਰੱਖਣਾ ਹੁੰਦਾ ਤਬਲੇ ਜਿਵੇਂ ਨਾ, ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਵਾਜ਼ਿਹ ਕਰਕੇ ਦੱਸਦਾ, ਪੂਰੇ ਹਿੰਦੁਸਤਾਨ ਪਾਕਿਸਤਾਨ ਦੇ ਖਿੱਤੇ ਦੇ ਵਿੱਚ ਤੁਸੀਂ ਵੀ ਸੁਣੋਗੇ ਦੋਸਤੋ, ਪੰਜਾਬ ਤਾਂ ਤੁਹਾਡਾ ਸਾਡਾ ਇੱਕੋ ਹੀ ਹੈ, ਜਿਹੜਾ ਤਬਲਾ ਹੋਵੇ ਨਾ, ਸਹੀ ਤਬਲਾ ਮਾਇਨਿਆਂ 'ਚ, ਜਿਹੜਾ ਰਿਦਮ ਹੈ, ਉਹ ਮੂੰਹ ਨਾਲ ਪੁਕਾਰਿਆ ਨਹੀਂ ਜਾਂਦਾ, ਕਹਿ ਨਹੀਂ ਸਕਦੇ, ਉਹਨੂੰ ਬੋਲ ਨਹੀਂ ਸਕਦੇ, ਕਿਉਂਕਿ ਉਹ ਬੇਜ਼ੁਬਾਨ ਹੁੰਦਾ ਹੈ, ਉਹਨੂੰ ਸਿਰਫ ਮਹਿਸੂਸ ਕੀਤਾ ਜਾਂਦਾ ਹੈ, ਬਾਕੀ ਹੱਥੋਂ ਤਿਆਰੀ ਦਿਖਾਈ ਦੀ। ਉਹ ਬੋਲਾਂ ਦੀ ਸਫਾਈ ਐਵੇਂ ਹੁੰਦੀ ਹੈ ਕਿ ਮੰਨ ਲਓ ਜੇ ਦਿਨ ਵਜਾਇਆ ਨਾ, ਤੇ 10 ਵਾਰੀ, ਜੇ 10 ਦਿਨ ਵਜਾਇਆ, 10 ਵਾਰੀ ਵੱਖਰਾ ਦਿਨ ਵੱਜੇ, ਉਹਨੂੰ ਕਹਿੰਦੇ ਨੇ ਹਾਂ ਯਾਰ ਮੈਂ ਥੋੜਾ ਬਹੁਤ ਮੈਨੂੰ ਇੱਕ ਦੋ ਬੂੰਦਾ। ਮੈਨੂੰ ਡਾਕਟਰ ਜਦੋਂ ਮੈਂ ਜ਼ਾਕਿਰ ਹੁਸੈਨ ਨਾਲ ਬੈਠਾ ਨਾ, ਜੇ ਮੈਂ 15 ਸ਼ੁਰੂ ਕਰਾਂ, ਦਵਿੰਦਰ ਜੀ 7:30 ਹੈ, ਡਾਕਟਰ ਸਾਹਿਬ ਲੈ ਰੱਖਣੀ, ਲੈ ਕੇ ਰੱਖਣੀ ਹਜ਼ੂਰ ਇੰਨੀ ਔਖੀ। ਸਾਡੇ ਪਾਪਾ ਜੀ ਨੇ ਇੱਕ ਗੱਲ ਕਰੀ, ਪੁੱਤਰ ਗਾਣਾ 2.5 ਫਟ ਜੇ, ਬੜੀ ਯਾਰ ਵਧੀਆ ਗਾ, ਕਹਿੰਦੇ ਤੇ ਜਾਂ ਤਾਂ ਜਾਂਦਾ ਸਰ ਉਡਾ ਦਿਓ ਤੇ ਜਾਂ ਉੱਡ ਜਾਓ। ਇਹ ਉਹਨਾਂ ਪੁਰਾਣੇ ਸੰਗੀਤਕਾਰਾਂ ਦੀ ਗੱਲ ਕਰ ਰਹੇ, ਬੜੇ ਯਾਰ ਬੜੇ ਐਸੇ ਜੋਸ਼ੀਲੇ, ਅੱਜ ਕੱਲ ਤਾਂ ਸੁੱਤੇ ਹੁੰਦੇ ਨੇ ਸਾਰੇ ਭਾਜੀ, ਐਸੇ ਜੋਸ਼ੀਲੇ, ਤੇ ਉਹਨਾਂ ਨੇ ਉਡਾ ਕੇ ਰੱਖ ਦੇਣਾ। ਤਾਂ ਮੈਂ ਜਿਹੜੀ ਇਹ ਸ਼ੁਰੂ ਕੀਤੀ ਨਾ ਲੈ ਭਾਜੀ, ਇਹ ਜਾਣ ਕੇ ਨਹੀਂ ਤਾਂ ਭਾਜੀ ਬੰਦਾ ਜਿੰਨਾ ਭਾਜੀ ਗਿੱਲਾ ਪੀਣ ਪਾਈ ਜਾਓ ਤੋ ਭਾਜੀ ਉਹਨਾਂ ਉਸ ਚੀਜ਼ ਨੂੰ ਗਿਣਨਾ। ਮੈਂ ਜਦੋਂ 13 ਵਜੇ ਗਿਆ 6:30, ਜਦੋਂ ਮੈਂ 15 ਸ਼ੁਰੂ ਜਾ ਕੇ ਕਹਿੰਦਾ 7:30, ਮੈਂ ਜਦੋਂ ਕਹਿੰਦਾ ਜੀ ਦਵਿੰਦਰ ਜੀ ਆਪ 8:30 ਹੈ, ਤੋ ਇਸ ਲੈ ਨੂੰ ਗਾਣਾ, ਤੇ ਫਿਰ ਜਦੋਂ ਅਸੀਂ ਇਹਦੀ ਵੀ ਕਰ ਲੈਂਦੇ ਆ, ਉਹ ਫਿਰ ਸਵਾਈਆਂ ਚ ਆ ਜਾਂਦੀ ਹੈ। ਉਹਦੀ ਜਿਹੜੀ ਗੱਲਬਾਤ ਹੈ, ਮੈਂ ਇੱਕ ਗੱਲ ਕਰ ਰਿਹਾ ਜਿਨ੍ਹਾਂ ਨੂੰ ਇਹ ਵੀ ਗਾਣ ਦਾ ਸ਼ੌਂਕ ਪੈ ਦੇਣਾ, ਪਰ ਹੈ ਇੱਕ, ਮੈਂ ਸਵੇਰੇ ਗੱਲ ਕੀਤੀ ਸੀ ਕਿ ਮੈਂ ਇੱਕ ਵਾਰੀ ਦਿੱਲੀ ਸਟੇਸ਼ਨ ਤੇ ਇੱਕ ਕੋਈ ਚੀਜ਼ शुरू ਕੀਤਾ, मैं रिकॉर्ड करने लगा, एक फिरंगी अली बाबा कहते हैं आपको एक बात बताऊं, कहिए, कहते ये बात या गुरु नानक भाई मर्दाना जी के उनको ये आती है, और किस पर साढ़े जी मैं तुसी गुरमत संगीत की गल की है, तुहाड़ा जिहड़ा डिपार्टमेंट है, तुहाड़ी जिहड़ी है कोशिश है, मैं कहना हुण मैनूं मेरियां गल्लां दा जवाब मिलदा, तुसी इस गल नूं अगे वधाओगे कि तुहाडा साडा जिहड़ा साडा गुरु नानक ते भाई मर्दाना जी दी जिथे तुसी फोटो लाई हुई है, एक बाबा काररूप दूजा बाबी मर्दाना, असी ਜਿਹੜਾ ਮੇਨ ਪ੍ਰਚਾਰ ਮੇਰੀ ਜ਼ਿੰਦਗੀ ਦਾ, ਜੇ ਮੇਰਾ ਪਹਿਲਾ ਵੀ ਇੱਕੋ ਹੀ ਆਸ਼ਾ ਸੀ ਕਿ ਮੈਂ ਦੁਨੀਆ ਦੇ ਵਿੱਚ ਇਹ ਕਹਿ ਕੇ ਮਰਾਂ ਕਿ ਬਈ ਇਹ ਵੇਖੋ ਗੁਰੂ ਨਾਨਕ ਦਾ ਸੰਗੀਤ ਜੇ, ਇਹ ਸਿੱਖਾਂ ਲਈ ਨਹੀਂ ਸਭ ਲਈ ਗੁਰੂ ਨਾਨਕ ਸਾਂਝਾ ਸੀ, ਮੇਰੇ ਲਈ ਸਭ ਸਾਂਝੇ ਨੇ। ਪਰ ਡਾਕਟਰ ਸਾਹਿਬ ਮੈਂ ਤੁਹਾਡੇ ਵੀ ਇੱਕ, ਤੁਸੀਂ ਬੜੇ ਸੂਝ ਵਾਲੇ ਹੋ, ਜਿਹੜਾ ਉਪਰਾਲਾ ਕਰ ਰਹੇ ਹੋ ਗੁਰਮਤਿ ਸੰਗੀਤ ਦਾ, ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ, ਤੇ ਮੇਰੀ ਅਰਦਾਸ ਵੀ ਹੈ ਗੁਰੂ ਅੱਗੇ, ਤੇ ਅਸੀਂ ਜ਼ਿੰਦਗੀ 'ਚ ਜੋ ਹੋ ਸਕੇਗਾ ਕਰਾਂਗੇ ਵੀ ਤੁਹਾਡੇ ਲਈ, ਜੋ ਅਸੀਂ ਕਰ ਸਕਦੇ ਹਾਂ। ਪਰ ਤੁਸੀਂ ਵੀ ਸਾਡੇ ਲੋਕਾਂ ਨੂੰ ਜਿਵੇਂ ਅਸੀਂ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਨੂੰ, ਜਿਵੇਂ ਗੁਰੂ ਨਾਨਕ ਸਾਹਿਬ ਦੇ ਨਾਂ ਨੂੰ ਜਾਂ ਭਾਈ ਮਰਦਾਨਾ ਜੀ ਦੇ ਨਾਂ ਨੂੰ
ਬਾਕੀ ਅੱਜ ਤੁਸੀਂ ਗੱਲ ਕਰਦੇ ਸੀ, ਮੈਂ ਆਪਣੀਆਂ ਸੰਸਥਾ ਲਈ ਵੀ ਅਰਦਾਸ ਕਰਨਾ, ਮੈਂ ਸ਼੍ਰੋਮਣੀ ਕਮੇਟੀ ਲਈ ਵੀ ਅਰਦਾਸ ਕਰਨਾ, ਕੋਈ ਐਸੇ ਸੂਝਵਾਨ ਸੱਜਣ ਆਉਣ ਸਾਹਮਣੇ। ਅਸੀਂ ਇੱਕ ਵਾਰੀ ਹਜ਼ੂਰ ਜਦੋਂ ਦਰਬਾਰ ਸਾਹਿਬ ਕੀਰਤਨ ਕਰਨ ਗਏ ਹਾਂ, ਮੈਂ ਗੱਲ ਸੁਣਾ ਰਿਹਾ ਸੀ, ਮੈਂ ਹਜ਼ੂਰ ਇਹੋ ਜਿਹਾ ਵਕਤ ਸੀ ਤੇ ਸ਼ਾਮ ਸੋਦਰ ਦੀ ਚੌਂਕੀ ਸੀ, ਤੇ ਮੈਂ ਹਜ਼ੂਰ ਜਦੋਂ ਵਾਇਲਨ ਤੇ ਪ੍ਰਦੀਪ ਸ਼ੁਰੂ ਕੀਤਾ ਨਾ, ਤੇ ਭਾਈ ਚਰਨ ਸਿੰਘ ਜੀ ਜਿਹੜੇ ਬੜੇ ਭਾਰੇ ਜਿਹੇ ਸੀ, ਉਹ ਵੱਡੇ ਹੈਡ ਗ੍ਰੰਥੀ ਸੀ ਹਜ਼ੂਰ, ਉਹਨਾਂ ਨੇ ਸੇਵਾਦਾਰ ਨੂੰ ਬੁਲਾਇਆ, ਕਹਿੰਦੇ ਨੇ ਮੇਰੀ ਪਿੱਛੇ ਜਗ੍ਹਾ ਹੱਲ ਕਰਾਓ। ਪਿੱਛੇ ਬੈਠ ਕੇ ਉਹਨੇ ਕੀਰਤਨ ਸੁਣਿਆ ਹਜ਼ੂਰ। ਉਦੋਂ ਜਦੋਂ ਉੱਥੇ ਹਜ਼ੂਰ ਪਰ ਇੱਕ ਸਾਡੇ ਕੀਰਤਨ 'ਚ ਦਰਬਾਰ ਜਗਮਗਾਣ ਲੱਗ ਪਿਆ ਹਜ਼ੂਰ। ਉੱਥੇ ਅੱਜ ਕੋਈ ਲਾਈਟ ਕਿ ਐਸੀ ਕੀਰਤਨ 'ਚ ਜਾਂ ਇਸ ਗੁਰਮਤਿ ਸੰਗੀਤ 'ਚ ਦਮ ਹੈ, ਸਮਝ ਲਓ। ਜੇ ਇਸ ਗੱਲ ਨੂੰ ਸਮਝ ਲਓ ਭਾਜੀ, ਤੇ ਉਸ ਤੋਂ ਬਾਅਦ ਅਸੀਂ ਜਦੋਂ ਸਵੇਰੇ ਆਸਾ ਦੀ ਵਾਰ ਲਾਈ, ਉਹ ਇੱਕ ਸ਼ਬਦ ਸਾਡਾ ਮੇਰੇ ਰਾਮ ਰਾਜ ਤੂੰ ਸਭ ਤੱਕ, ਉਹ ਇੱਕ ਐਵੇਂ ਇੱਕ ਜਾਂ ਅਸੀਂ ਜੋ DIG ਫਲਾਣਾ SP ਉਹਦੇ ਦੇ ਫੋਨ ਦਰਬਾਰ ਸਾਹਿਬ ਤੇ ਉਹ ਕੱਢ ਕੇ, ਭਾਈ ਸਾਹਿਬ ਤੁਸੀਂ ਜਾਣਾ ਕਿਤੇ ਨਹੀਂ, ਪਹਿਲਾਂ ਫੋਨ ਅਟੈਂਡ ਕਰੋ। ਤਾਂ ਸੁਣਨ ਵਾਲੇ ਬੜੇ ਨੇ, ਸੁਣਨ ਵਾਲੇ ਬੜੇ ਸੂਝਵਾਨ ਨੇ। ਜਿੱਥੇ ਅਸੀਂ ਕਹਿੰਦੇ ਨਾ ਸਾਡੀ ਕੌਮ 'ਚ ਬਹੁਤ ਸੂਝਵਾਨ ਨੇ, ਉਹਨਾਂ ਨੂੰ ਫੀਡ ਕਰਨਾ, ਬੱਚਿਆਂ ਨੂੰ ਇਹ ਵਿਦਿਆ ਦੇਣੀ। ਇਹ ਜਿਹੜਾ ਗੁਰੂ ਨਾਨਕ ਦਾ ਸੰਗੀਤ ਹੈ, ਡਾਕਟਰ ਸਾਹਿਬ ਤੁਸੀਂ ਤਾਂ ਬੜੀ ਕਰ ਰਹੇ ਹੋ, ਬੜੀ ਤੁਸੀਂ ਕਰ ਰਹੇ ਹੋ। ਅਸੀਸ ਬਖਸ਼ ਰਹੇ ਹੋ ਜੀ। ਦੇਖੋ ਕੋਸ਼ਿਸ਼ ਇਹੀ ਹੈ, ਕਿਉਂਕਿ ਇਹ ਚੀਜ਼ਾਂ ਹੁਣ ਇਹ ਸਿਰਫ ਪੁਰਾਤਨ ਕੀਰਤਨੀਆਂ ਕੋਲ ਤੁਹਾਡੇ ਕੋਲ ਹੀ ਨੇ। ਇਹ ਹੁਣ ਨਵਾਂ ਪਿੱਛੇ ਜੇ ਮੇਰੀ ਇੱਕ ਸਮਾਗਮ ਵਿੱਚ ਗਿਆਨੀ ਪਿੰਦਰਪਾਲ ਸਿੰਘ ਜੀ ਸਾਡੇ ਪੰਥ ਦੇ ਮਹਾਨ ਕਥਾਵਾਚਕ ਨੇ, ਉਹਨਾਂ ਨਾਲ ਵਿਚਾਰ ਹੋਈ, ਕਿਉਂਕਿ ਆਪ ਜੀ ਨੇ ਤੁਹਾਡੇ ਕੋਲ ਇੱਕ ਲੈਗੇਸੀ ਹੈ। ਹਨਾ ਜੀ। ਹੁਣ ਮੈਂ ਇਹ ਨਹੀਂ ਕਹਿੰਦਾ ਠੀਕ ਹੈ ਗੁਰਬਾਣੀ ਹੈ, ਉਹ ਕੋਈ ਵੀ ਸਿੱਖੇ ਕੋਈ ਵੀ ਗਾਏ, ਸਾਰਿਆਂ ਨੂੰ ਕਰਨਾ ਵੀ ਚਾਹੀਦਾ ਹੈ। ਗਿਆਨੀ ਪਿੰਦਰਪਾਲ ਸਿੰਘ ਜੀ ਨੇ ਵੀ ਇਹੀ ਕਿਹਾ ਕਿ ਅੱਜ ਤੋਂ 30 35 40 ਸਾਲ ਪਹਿਲਾਂ ਜਦੋਂ ਦਰਬਾਰ ਸਾਹਿਬ ਦੇ ਕਿਸੇ ਕੀਰਤਨੀਏ ਨੂੰ ਸੁਣਦੇ ਸੀ ਨਾ, ਦੇਖੋ ਸਾਡੇ ਲਈ ਸਾਰੇ ਬਹੁਤ ਸਨਮਾਨਯੋਗ। ਕੀ ਬਾਤ ਹੈ। ਕਿਸੇ ਜਿਹੜਾ ਵੀ ਗੁਰੂ ਦੀ ਬਾਣੀ ਜਪ ਰਿਹਾ ਸੀ ਉਹਨੂੰ ਨਤਮਸਤਕ ਹੁੰਦੇ ਆ। ਪਰ ਉਹਨਾਂ ਨੇ ਕਿਹਾ ਕਿ ਉਦੋਂ ਹਰ ਕੀਰਤਨੀਏ ਦਾ ਇੱਕ ਵੱਖਰੀ ਸ਼ੈਲੀ ਹੁੰਦੀ ਸੀ, ਇੱਕ ਸਟਾਈਲ ਹੁੰਦਾ ਸੀ ਕਿ ਇਹਨਾਂ ਨੂੰ ਸੁਣੋ, ਇਹਨਾਂ 'ਚ ਇਹ ਦਿਖ ਰਿਹਾ ਭਾਈ ਬਖਸ਼ੀਸ਼ ਸਿੰਘ ਜੀ ਗਾ ਰਹੇ ਨੇ, ਉਹਨਾਂ 'ਚ ਇਹ ਝਲਕ ਆ ਰਹੀ ਹੈ। ਪਰ ਹੁਣ ਕੀ ਉਹਨਾਂ ਨੇ ਵੀ ਕਹੀ ਇਹ ਗੱਲ ਕਿ ਅੱਜ ਕੱਲ ਹੁਣ ਦੀ ਜੇ ਗੱਲ ਕਰੀਏ, ਤੁਸੀਂ ਜੇ 20 ਕੀਰਤਨੀਆਂ ਸੁਣੋ, 30 ਸੁਣੋ, ਲਗਭਗ ਲੱਗਦਾ ਕਿ ਬਸ ਉਹੋ ਜਿਹਾ ਕੁਝ ਉਹਦੇ 'ਚ ਕਾਰਨ ਉਹੀ ਹੈ ਕਿਉਂਕਿ ਆ ਜਿਹੜੀ ਆਪਾਂ ਹੁਣ 15 ਮਾਤਰਾ ਪੰਚਮ ਸਵਾਰੀ, 17 ਮਾਤਰਾ, 11 ਮਾਤਰਾ, 13 ਮਾਤਰਾ ਕਰ ਰਹੇ ਹਾਂ। ਹੁਣ ਤਾਂ 16 12 10 ਵੀ ਉਹ ਵੀ ਨਹੀਂ ਕੋਈ ਗਾ ਰਿਹਾ। ਆਪਾਂ ਕੇਵਲ 8 ਮਾਤਰਾ ਦਾ ਜਾਂ ਹੋਰ ਭਾਜੀ ਗੱਲ ਕੀ ਉਹ ਇੱਕ ਜਿਹੜਾ ਨਾ ਗਜ਼ਲ ਸਟਾਈਲ ਜਿਹੜਾ ਤਬਲਾ ਉਹ ਦਿਨ ਟਿਕ ਦਿਨ ਉਹ ਮੈਂ, ਪਰ ਗੱਲ ਐ ਜੇ ਸਰ ਮੈਂ ਉਹਨਾਂ ਨੂੰ ਵੀ ਕਦੀ ਮਾਫ ਕਰ ਦਿੰਦਾ ਹੁੰਦਾ। ਮੈਂ ਕਦੀ ਕਹਿੰਦਾ ਸੁਣੋ ਯਾਰ ਜੀ, ਆਟੇ 'ਚ ਲੂਣ ਪਾਈਦਾ, ਪਰ ਤੁਸੀਂ ਲੂਣ 'ਚ ਤੇ ਨਾ ਆਟਾ ਪਾਈ ਜਾਓ, ਆਟੇ 'ਚ ਤੇ ਲੂਣ ਪਾ ਲੈਂਦਾ। ਕਦੀ ਬੰਦਾ ਸੁਣ ਵੀ ਲੈਂਦਾ, ਉਹ ਕਹਿ ਲਾ ਵੀ ਗੱਲ ਹੈ। ਸੋ ਘੱਟੋ ਘੱਟ ਇਹ ਹੁੰਦਾ ਹੈ ਕਿ ਜੋ ਸਾਡੀ ਜੇ ਵਿਰਸਾ ਹੈ, ਜੋ ਪਰੰਪਰਾ ਹੈ, ਔਰ ਜੇ ਇੰਨੇ ਸਾਲਾਂ ਤੋਂ ਇਹ ਚੀਜ਼ਾਂ, ਇਹ ਪੁਰਾਣੀਆਂ ਰੀਤਾਂ, ਹੁਣ ਤੁਸੀਂ ਭਾਈ ਅਤਾਬਾ ਜੀ ਦੀ ਚੀਜ਼ ਸੁਣਾਈ ਹੈ, ਕਮਾਲ ਹੈ। ਅਸੀਂ ਤੁਹਾਨੂੰ ਬੇਨਤੀ ਕਰਾਂਗੇ ਸਗੋਂ ਇਹਨਾਂ ਨੂੰ ਤੁਸੀਂ ਅਲੱਗ ਤੋਂ ਰਿਕਾਰਡ ਕਰਵਾਓ, ਜਾਂ ਇਹਨਾਂ ਨੂੰ ਜੇ ਨੋਟੇਸ਼ਨਸ ਕਹੋਗੇ ਤਾਂ ਅਸੀਂ ਲਿਖਣ ਵਿੱਚ ਮਦਦ ਕਰ ਸਕਦੇ ਹਾਂ, ਉਹਨਾਂ ਨੂੰ ਸੰਭਾਲਿਆ ਜਾਵੇ। ਔਰ ਇਹਨਾਂ ਨੂੰ ਕਿਉਂਕਿ ਇਹ ਆਉਣ ਵਾਲੇ ਸਮੇਂ 'ਚ ਹੋਰ ਤੁਹਾਡੇ ਤੇ ਬੜੀ ਬਖਸ਼ਿਸ਼ ਹੈ, ਤੁਹਾਨੂੰ ਇਹਨਾਂ ਕੁਝ ਯਾਦ ਵੀ ਹੈ ਹਨਾ। ਇਹ ਹੋਰ ਇਸ ਤੋਂ 10 20 30 ਸਾਲ ਬਾਅਦ ਇਹ ਚੀਜ਼ਾਂ ਵੀ ਨਹੀਂ ਰਹਿਣੀਆਂ, ਅਸੀਂ ਵੀ ਨਹੀਂ ਰਹਿਣਾ, ਤੁਸੀਂ ਵੀ ਨਹੀਂ ਰਹਿਣਾ ਹਨਾ। ਸਭ ਤੁਹਾਨੂੰ ਇਹ ਹੈ ਕਿ ਇਹ ਚੀਜ਼ਾਂ ਸਾਂਭੀਆਂ ਜਾਣ। ਸੋ ਤੁਹਾਨੂੰ ਜ਼ਰੂਰ ਬੇਨਤੀ ਕਰਦੇ ਹਾਂ। ਮੈਂ ਤੁਹਾਡੀ ਗੱਲ ਬੜੀ ਸਮਝਣਾ, ਪਰ ਮੇਰੇ 'ਚ ਇਹਦਾ ਜ਼ਰੂਰ ਮੈਂ ਤੁਹਾਨੂੰ ਸਭ ਨੂੰ ਕਹਾਂਗਾ, ਸੁਣਨ ਵਾਲਿਆਂ ਦਾ ਤੁਹਾਡਾ ਵੀ ਯੋਗਦਾਨ ਹੋਣਾ ਚਾਹੀਦਾ। ਅਸੀਂ ਲੋਕਾਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਕੋਈ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕੀਤੀ। ਅੱਜ ਮੈਂ ਜਦੋਂ ਅੱਜ ਬਾਹਰ ਖੜਾ ਹੋਇਆ ਸੀ, ਤੁਹਾਡੇ ਜਿੰਨੇ ਵੀ ਸੁਣਨ ਵਾਲੇ ਤੁਹਾਡੇ ਜਿਹੜੇ ਲੋਕ ਆਏ ਹੋਏ ਸੀ, ਜਵਾਨ ਮੁੰਡੇ, ਉਹਨਾਂ 'ਚ ਮੈਂ ਗੱਲ ਇਹੀ ਕਰਦਾ ਸੀ। ਮੈਂ ਕਿਹਾ ਵੀ ਤੁਸੀਂ ਪ੍ਰਮੋਟ ਕਰੋ, ਕਿਉਂਕਿ ਸਾਡਾ ਯੂਥ ਜਦ ਤੱਕ ਨਾ ਇਹਦੇ 'ਚ ਹਿੱਸਾ ਲਵੇ। ਇਹ ਤੁਹਾਨੂੰ ਤੁਸੀਂ ਹੁਣ ਅੱਗਿਓਂ ਤੁਹਾਡੇ ਪਰਿਵਾਰ 'ਚ ਕੋਈ ਅੱਗਿਓਂ ਵੀ ਹਾਏ ਡਾਕਟਰ ਸਾਹਿਬ ਮੈਨੂੰ ਮੈਂ ਪਹਿਲਾਂ ਕਹਿੰਦਾ ਸੀ, ਪਰ ਮੈਂ ਆਪਣੇ ਨੂੰ ਸੁਣਾਵਾਂ। ਸੁਣੋ ਅਸੀਂ ਭਾਜੀ ਅਸੀਂ ਰਾਗੀ ਥੋੜੇ ਜਿਹੇ ਨਾ ਹੋਰ ਤਰ੍ਹਾਂ ਦੇ, ਅਸੀਂ ਬੜੇ ਮਾਡਰਨ ਜੇ ਸੀ, ਤੇ ਅਸੀਂ ਕਿਸੇ ਦੇ ਨਾ ਕੋਈ ਸਾਨੂੰ, ਮੈਂ ਕਿਹਾ ਵੀ ਮੈਨੂੰ ਮੇਰੇ ਫਾਦਰ ਲੈ ਕੇ ਗਏ ਨਾ, ਉਹਨਾਂ ਨੂੰ ਵੀ ਇਹ ਗੱਲ ਕਹਿੰਦੇ ਕਿ ਉਹ ਕਹਿੰਦੇ ਪੁੱਤਰ ਤੂੰ ਜੋ ਮਰਜ਼ੀ ਕਰ, ਤੂੰ ਜਿਵੇਂ ਮਰਜ਼ੀ ਕੱਪੜੇ ਪਾ, ਮੈਂ ਤੈਨੂੰ ਨਹੀਂ ਕਹਿੰਦਾ, ਪਰ ਤੂੰ ਕੀਰਤਨ ਸਿੱਖ। ਉਹਨਾਂ ਨੇ ਮੈਨੂੰ ਗੁੜ ਵਾਲਾ ਹਿਸਾਬ ਪਾਇਆ ਹੋਇਆ ਸੀ, ਜਿਵੇਂ ਕਿ ਉਹ ਫਰੀਦ ਦੀ ਮਾਂ ਗੁੜ ਦਿੰਦੀ ਸੀ, ਕਿਤੇ ਗੁੜ ਦਿਆਂਗੇ। ਮੈਂ ਬਚਪਨ 'ਚ ਸੀ, ਮੈਂ ਹਜ਼ੂਰ ਬੜਾ ਸੋਹਣਾ ਪੈਂਟ ਕੋਟ ਪਾਣੀ, ਤੇ ਗੱਲ ਕਿ ਮੁੱਕਦੀ ਗੱਲ ਕਿੱਥੇ ਆ ਗਈ ਸੀ, ਕੁਵੈਤ ਗਏ, ਤੇ ਮੈਂ ਛੋਟਾ ਜਿਹਾ ਕਹਿ ਕੇ ਇੰਸਟੈਂਸ ਤੁਸੀਂ ਜਿਹੜਾ ਸਵਾਲ ਪੁੱਛਿਆ ਉਹਦੇ ਜਵਾਬ ਦੇ ਰਿਹਾ। ਅਸੀਂ ਗਏ ਤੇ ਅਸੀਂ ਬੜੇ ਅੱਛੇ ਕੱਪੜੇ ਪਾਏ ਹੋਏ, ਕੁੜੀਆਂ ਮੁੰਡੇ ਜਵਾਨ, ਉਹਨਾਂ ਦੇ ਲੜਕੇ, ਕੋਈ ਅਮਰੀਕਾ ਪੜ੍ਹ ਰਿਹਾ, ਕੋਈ ਇੰਗਲੈਂਡ ਪੜ੍ਹ ਰਿਹਾ, ਕੋਈ ਕਿਤੇ ਲੜਕੀ ਪੜ੍ਹ ਰਹੀ। ਉਹ ਜਦੋਂ ਉਹਨਾਂ ਨੇ ਸਾਨੂੰ ਸੁਣਿਆ, ਉਹਨਾਂ ਨੇ ਕਹਿਣਾ ਅਸੀਂ ਇਹਨਾਂ ਦੇ ਸਾਹਮਣੇ ਬੈਠ ਕੇ ਕੀਰਤਨ ਸੁਣਨਾ। ਅਸੀਂ ਤੁਸੀਂ ਜਿਹੜੇ ਬਜ਼ੁਰਗ ਹੋ ਦੂਜੇ ਕਮਰੇ ਜਾ ਕੇ ਬੈਠੋ, ਅਸੀਂ ਸਾਹਮਣੇ ਬਹਿਣਾ। ਸੋ ਜ਼ਰੂਰਤ ਉੱਥੇ ਬੜਾ ਮਾਹੌਲ ਬਣਿਆ।
ਇੱਕ ਉੱਥੇ ਬਹੁਤ ਅਮੀਰ ਸਰਦਾਰ ਸੀ, ਉਹ ਸਾਨੂੰ ਰੋਟੀ ਖਵਾਉਣ ਲੈ ਗਏ ਹੌਲੀਡੇ ਇੰਚ, ਬੜਾ ਅੱਛਾ ਰੈਸਟੋਰੈਂਟ ਸੀ ਉੱਤੇ, ਤੇ ਖਾਂਦੇ ਪਏ ਰੋਟੀ। ਕਹਿੰਦੇ ਦਵਿੰਦਰ ਯਾਰ ਮੇਰੀ ਲੜਕੀ ਹੈ, ਉਹ ਕਹਿੰਦੀ ਹੈ ਕਿ ਮੁੰਡਾ ਕੋਈ ਤੁਹਾਡੇ ਵਰਗਾ ਹੋ ਜਾਏ ਤੇ ਉਹ ਵਿਆਹ ਕਰਾ ਸਕਦੀ ਹੈ, ਪਰ ਉਹਨੂੰ ਵਿਚਾਰ ਨੂੰ ਇਹ ਨਹੀਂ ਸੀ ਸਮਝ, ਕਹਿੰਦਾ ਤੁਸੀਂ ਤੇ ਰਾਗੀ ਹੋ। ਵਾਹਿਗੁਰੂ। ਓਏ ਮਤਲਬ ਉਹਨੂੰ ਇਹ ਨਹੀਂ ਸੀ ਪਤਾ ਕਿ ਮੈਂ ਇੱਕ ਠਾ ਕਰਕੇ ਥੱਪੜ ਮਾਰਨਾ ਪਿਆ ਵਾ। ਤੇ ਮੈਂ ਅੱਗੋਂ ਹੱਸ ਪਿਆ, ਮੈਂ ਕਿਹਾ ਜੀ ਹਾਂਜੀ ਅਸੀਂ ਰਾਗੀ ਹਾਂ, ਪਰ ਹਜ਼ੂਰ ਅੱਜ ਪ੍ਰੋਬਲਮ ਇਹ ਹੋ ਗਈ ਹੈ ਕਿ ਜੇ ਮੇਰੇ ਕੋਲ 5 ਸਰੰਗੀਆਂ ਨੇ, 20 ਵਾਇਲਾਂ ਨੇ, 70 ਇਹਨਾਂ ਕੋਲ ਪੋੜੇ ਹੋਣਗੇ, ਜਾਂ 10 ਦਿਰਵੇ ਪਏ ਨੇ, ਜਾਂ 1-2 ਤੌਸ਼ ਪਏ ਨੇ। ਅੱਜ ਜੇ ਸਾਡੇ 8 ਬੱਚੇ ਨੇ, 8 ਚੋਂ 5 ਰਾਗੀ ਨੇ, ਸੌਰੀ 5 ਡਾਕਟਰ ਨੇ। ਰਾਗੀ ਮੇਰੀ ਭੈਣ, ਉਹਦੀ ਡੈਥ ਹਲੀ 2-3 ਮਹੀਨੇ ਪਹਿਲਾਂ ਹੋਈ, ਉਹ ਹਰ ਫੋਨ ਤੇ ਉਹਨੇ ਰੋਣਾ ਕਿ ਦਵਿੰਦਰ, ਜਾਂ ਮੇਰੀ ਵੱਡੀ ਭੈਣ ਸੀ, ਉਹ ਅਕਸਰ ਰੋਂਦੇ ਸੀ ਕਿ ਤੁਹਾਡੇ ਬਾਅਦ ਇਹ ਕੀਰਤਨ ਕੌਣ ਕਰੇਗਾ, ਕਿਉਂਕਿ ਭੈਣਾਂ ਸੀ ਨਾ ਮੇਰੀਆਂ, ਉਹਨਾਂ ਦਾ ਖੂਨ ਵੀ ਸੇਮ ਸੀ ਜਿਹੜਾ ਮੇਰਾ, ਕਿ ਸੰਗੀਤਕ ਉੱਤੇ ਹਰ ਪੱਖ ਵੱਲੋਂ ਸੁਰ 'ਚ ਕੀਰਤਨ ਸੁਣਨਾ। ਤੇ ਕਹਿਣ ਲੱਗੀਆਂ ਕਿ ਪਰ ਮੈਂ ਥੋੜਾ ਜਿਹਾ ਇਸ ਗੱਲ 'ਚ ਥੋੜਾ ਮੈਨੂੰ ਵੀ ਆਂਦਾ ਹੈ, ਮੈਂ ਹੌਲੀ ਹੌਲੀ ਬੰਦਾ, ਅੱਖਾਂ ਤੇ ਮੈਂ ਮਿੱਟੀਆਂ ਹੋਈਆਂ ਨੇ, ਪਰ ਮੈਨੂੰ ਵੀ ਲੱਗਦਾ ਹੈ ਕਿ ਇੰਨਾ ਬ੍ਰਾਈਟ ਨਹੀਂ ਜੇ ਫਿਊਚਰ, ਕਿਉਂਕਿ ਹੁਣ ਜੋ ਮੰਗਦੇ ਸੀ ਜਾਂ ਅਸੀਂ ਲੋਕ ਮੰਗਨੇ ਆ, ਅਸੀਂ ਲੋਕ ਵੀ ਤੇ ਹਮੇਸ਼ਾ ਵਡਿਆਈ ਹੀ ਮੰਗਨੇ ਆ ਨਾ ਰੱਬ ਕੋਲੋਂ, ਆਪਣਾ ਤੇ ਆਪ ਨਹੀਂ ਦਿੰਦੇ। ਡਾਕਟਰ ਸਾਹਿਬ ਤੁਹਾਨੂੰ ਇਹ ਕਰਾਂਗੇ, ਤੁਸੀਂ ਜਿਵੇਂ ਹੋਰ ਕੋਈ ਵਿਦਿਆਰਥੀ ਆ, ਅੱਗੇ ਬੱਚੇ ਬੱਚੀਆਂ, ਜ਼ਰੂਰ ਉਹਨਾਂ ਤੇ ਕਿਰਪਾ ਕਰੋ। ਉਹ ਵੱਖਰੀ ਗੱਲ ਹੈ, ਤੁਸੀਂ ਕਰਨਾ ਵੀ ਚਾਹੁੰਦੇ ਹੋ, ਉਦਾਂ ਦਾ ਪਾਤਰ ਵੀ ਸਾਹਮਣੇ ਹੋਵੇ, ਇਹ ਵੀ ਜੇ ਵੱਡੀ ਗੱਲ ਵੇਖੋ ਹੈ। ਮੈਨੂੰ ਅੱਜ ਤੱਕ, ਹਾਂ ਡਾਕਟਰ ਸਾਹਿਬ, ਜੇ ਮੈਨੂੰ ਕਿਸੇ ਨੇ ਕਹਿਣਾ ਸਿਖਾਓ, ਤੇ ਮੈਂ ਆਪਣੀ ਜ਼ਿੰਦਗੀ 'ਚ ਕਹਿਣਾ ਵਾ, ਮੈਂ ਕਿਹਾ ਦੇਖ ਪੁੱਤਰ, ਮੈਂ ਸਿਖਾਈ ਦੇ, ਮੈਨੂੰ ਪੈਸੇ ਨਹੀਂ ਚਾਹੀਦੇ, ਮੇਰੇ ਕੋਲ ਬੜੀ ਕਿਰਪਾ ਹੈ, ਮੈਨੂੰ ਲੋੜ ਨਹੀਂ ਹੈ, ਪਰ ਤੂੰ ਇਹ ਮੇਰਾ ਫੋਨ ਹੀ ਜਦੋਂ ਮਰਜੀ ਤੂੰ ਮੈਨੂੰ ਜੋ ਮਰਜੀ ਪੁੱਛ ਲੈ, ਜੇ ਮੈਂ ਤੇਰਾ ਜਵਾਬ ਨਾ ਦਵਾਂਗਾ ਤੇ ਮੈਨੂੰ ਕਹੀ। ਮੈਂ ਐਜ਼ ਏ ਗੁਰਸਿੱਖ, ਐਜ਼ ਏ ਗੁਰੂ ਦਾ ਸੇਵਾਦਾਰ, ਗੁਰੂ ਨਾਨਕ ਦਾ ਸੇਵਾਦਾਰ। ਇੱਕ ਅਖੀਰਲੀ ਗੱਲ ਕਹਿ ਕੇ ਮੈਂ ਖਤਮ ਕਰਾਂਗਾ। ਅਸੀਂ ਦੋਵੇਂ ਭਰਾ ਨੋਵਾ ਸਕੋਸ਼ੀਆ ਗਏ, ਪੁਰਾਣੀ ਗੱਲ ਜੀ। ਇੱਕ ਬਾਬਾ ਜੀ ਨੇ ਜੋ ਸਾਡਾ ਕੀਰਤਨ ਸੁਣਿਆ, ਉਹ ਬਾਬਾ ਜੀ, ਉਹ ਕਹਿੰਦੇ ਸੀ, ਉਹਨਾਂ ਦਾ ਨਾਮ ਸੀ ਸੰਧੂ, ਬਾਬਾ ਜੀ ਸੰਧੂ। ਤੇ ਯਾਰ ਬੜੇ ਹੀ ਕਹਿੰਦੇ ਨੇ ਪੁੱਤਰ ਅੰਦਰ ਆਓ, ਖੂਨ ਬਿਠਾ ਲਿਆ। ਕਹਿਣ ਲੱਗਾ ਬੇਟਾ ਮੈਂ ਅੰਮ੍ਰਿਤਸਰ ਤੋਂ ਆ, ਮੈਂ ਅਕਸਰ ਵੇਖਦਾ ਸੀ ਕਿ 2 ਰਬਾਬੀ ਹੁੰਦੇ ਸੀ, ਉਹਨਾਂ ਨੇ ਨਾ ਪ੍ਰਕਰਮਾਂ 'ਚ ਬੈਠ ਕੇ ਕੀਰਤਨ ਕਰਨਾ, ਤੇ ਕਹਿਣਾ ਮੈਂ ਉਹਨੂੰ ਅਕਸਰ ਵੇਖਣਾ, ਕਦੀ ਉਹਨਾਂ ਨੇ 6 ਘੰਟੇ ਬੈਠੇ ਰਹਿਣਾ, ਕਦੀ ਸਾਰਾ ਦਿਨ, ਕਦੀ ਉਹਨਾਂ ਨੇ 2 ਘੰਟੇ ਬੈਠੇ ਰਹਿਣਾ। ਕਹਿੰਦਾ ਇੱਕ ਦਿਨ ਮੈਂ ਨਾ ਹਿੰਮਤ ਕਰਕੇ ਚਲਾ ਗਿਆ, ਮੈਂ ਕਿਹਾ ਮਹਾਰਾਜ ਇਹ ਤੁਸੀਂ ਕੀ ਕਰਦੇ ਹੋ, ਕਦੀ ਤੁਸੀਂ ਸਾਰੀ ਦਿਹਾੜੀ ਬੈਠੇ ਰਹਿੰਦੇ ਹੋ, ਕਦੀ ਤੁਸੀਂ 6 ਘੰਟੇ ਬੈਠ ਰਹੇ, ਕਦੀ ਤੁਸੀਂ 10 ਮਿੰਟ 'ਚ ਉੱਠ ਜਾਂਦੇ ਹੋ। ਕਹਿੰਦੇ ਨੇ ਪੁੱਤਰ ਸਾਨੂੰ 6 ਆਨੇ ਚਾਹੀਦੇ ਹੁੰਦੇ ਨੇ, ਤੁਹਾਨੂੰ 6 ਆਨੇ ਚਾਹੀਦੇ ਹੁੰਦੇ ਨੇ, ਜਦੋਂ ਮਿਲ ਜਾਂਦੇ ਨੇ ਅਸੀਂ ਚਲੇ ਜਾਂਦੇ ਹਾਂ। ਜੇ ਸਾਰਾ ਦਿਨ ਨਾ ਮਿਲਣਗੇ ਤੇ ਸਾਰਾ ਦਿਨ ਬੈਠੇ ਰਹਾਂਗੇ, ਜੇ 6 ਮਿੰਟ 'ਚ ਮਿਲ ਜਾਣਗੇ ਤੇ ਉਹਦੇ ਵਕਤ ਚਲੇ ਜਾਣਗੇ, ਸਾਨੂੰ ਇਸ ਤੋਂ ਬਾਅਦ ਚਾਹੀਦਾ ਨਹੀਂ। ਜੇ ਗੁਰੂ ਕਾ ਕੀਰਤਨੀਆ ਆਵੇ, ਜਦ ਤੱਕ ਉਹਦੇ 'ਚ ਸੰਤੋਖ ਨਾ ਹੋਵੇ, ਕਿੱਡੀ ਵੱਡੀ ਗੱਲ ਹੈ। ਇਹ ਜ਼ਿੰਦਗੀ 'ਚ ਕੀਰਤਨੀਆ, ਇਹ ਮੈਂ ਜ਼ਰੂਰ ਕਵਾਂਗਾ, ਹਾਏ ਓਏ ਲਾਲਚ ਨੇ ਮਾਰ ਦਿੱਤਾ, ਸਾਰੀਆਂ ਵਾਸਨਾਵਾਂ ਨੇ ਮਾਰ ਦਿੱਤਾ। ਜਿੱਥੇ ਉੱਥੇ ਕੀਰਤਨ ਵਸਦਾ ਹੈ, ਜਿੱਥੇ ਇਨਸਾਨ ਸਭ ਕੁਝ ਤਿਆਗ ਦਿੰਦਾ ਹੈ, ਉੱਥੇ ਤਿਆਗ ਤੋਂ ਫਿਰ ਉਹ ਨਵੀਂ ਸਟੇਜ ਸ਼ੁਰੂ ਹੁੰਦੀ ਹੈ। ਅੱਜ ਅਮਰੀਕਾ ਦੇ ਵਿੱਚ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਸਾਡੇ ਸਿੱਖ ਕੌਮ ਦੇ ਬੱਚੇ ਨਹੀਂ ਆ ਗਏ, ਸਰਵ ਨਾ ਕਰਦੇ ਹੋਣ, ਜੋ ਐਡੇ ਐਡੇ ਵੱਡੇ ਅਹੁਦਿਆਂ ਤੇ ਐਡੀ ਐਡੀ ਬਰੀਕ ਪੜ੍ਹਾਈ ਕਰਕੇ ਉੱਤੇ ਜਾ ਸਕਦੇ ਨੇ, ਤੇ ਸਭ ਕੁਝ ਬਣ ਸਕਦੇ। ਦੋਨੋਂ ਪਾਸੇ ਦਾ ਸਾਡੇ ਸਮਾਜ ਦਾ ਵੀ ਤੇ ਸਾਡਾ ਵੀ ਤੇ ਸਮਾਜ ਦਾ ਵੀ, ਤੇ ਰਾਗੀਆਂ ਦਾ, ਸਾਰਿਆਂ ਦਾ ਕਸੂਰ ਹੈ, ਕਿਸੇ ਨੂੰ ਬਲੇਮ ਨਹੀਂ ਕਰਨਾ, ਮਗਰ ਸਮਾਜ ਦਾ ਸਭ ਤੋਂ ਵੱਡਾ, ਜਿਹੜੇ ਸਮਾਜ ਨੂੰ ਸਟਰਕਟ ਕਰਦੇ ਨੇ every year they struct, they made new rules and plans and regulation for the community to understand and to go with। ਉਹਦੇ 'ਚ ਮੈਂ ਕੀ ਕਹਿਣਾ ਚਾਹੁੰਦਾ ਵਾਂ, ਜੇ ਅਸੀਂ ਇਸ ਤਰ੍ਹਾਂ ਦੇ ਬੱਚੇ ਪੈਦਾ ਕਰ ਸਕਦੇ ਹਾਂ ਤੇ ਰਾਗੀ ਵੀ ਪੈਦਾ ਕਰ ਸਕਦੇ ਹਾਂ। ਉਹਨਾਂ ਨੂੰ ਤੁਸੀਂ ਅੱਛੀ ਤਨਖਾਹ ਦਿਓ, ਅੱਛਾ ਉਹਨਾਂ ਨੂੰ ਡੋਮੈਸਟਿਕ ਬਰਡਨ ਨਾ ਹੋਏ ਕਿ ਹਾਊ ਆਈ ਸਰਵਾਈਵ, ਕਿ ਮੇਰੇ ਬੱਚੇ ਵੀ ਪੜਨ, ਤੇ ਉਹਦੇ ਬਾਅਦ ਫਿਰ ਔਰ ਜੈਂਡਰ ਇਕੁਏਸ਼ਨ ਜਿਹੜੀ ਬੜੇ ਲਾਇਕ ਹੋਣ, ਉਹਨਾਂ ਨੂੰ ਇੱਕ ਲੈਂਗੁਏਜ ਨਾ ਆਉਂਦੀ ਹੋਵੇ, 3-4 ਲੈਂਗੁਏਜਸ ਆਉਂਦੀਆਂ ਹੋਣ, ਔਰ ਉਹਨਾਂ ਨੂੰ ਆਪਣੇ ਧਰਮ ਤੋਂ ਇਲਾਵਾ ਦੂਸਰੇ ਧਰਮਾਂ ਦੀ ਵੀ ਉਨੀ ਨੌਲੇਜ ਹੋਵੇ ਕਿ ਜਿੰਨੀ ਉਹਨਾਂ ਨੂੰ ਆਪਣੇ ਧਰਮ ਤੋਂ। ਇਹੀ ਮੈਂ ਤੁਹਾਡੀ ਗੱਲ ਨੂੰ, ਕਿ ਸਾਡੀ ਇਸ ਸਿੱਖ ਕੌਮ 'ਚ ਰਾਗੀ ਸਿੰਘ ਅਤੇ ਗ੍ਰੰਥੀ ਸਿੰਘ ਸਗੋਂ ਸਭ ਤੋਂ ਜ਼ਿਆਦਾ ਉਹ ਠੀਕ ਹੈ, ਕੁਝ ਗਿਣੇ ਚੁਣੇ ਹੋਣਗੇ ਜਿਹੜੇ ਲੱਖਾਂ ਜਾਂ ਬਹੁਤ ਬੜਾ ਬੁਰਾ ਹਾਲ ਹੈ, ਪਰ ਜ਼ਿਆਦਾਤਰ ਤੁਸੀਂ ਹੋਰ ਜਿੰਨੇ ਦੇਖ ਲਓ ਉਹਨਾਂ ਦਾ ਬਹੁਤ ਬੁਰਾ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਜਿਹੜਾ ਮਰਜ਼ੀ ਕੋਈ ਮਤਲਬ ਕੋਈ ਸੈੱਟ ਨਹੀਂ ਹੈ, ਟ੍ਰੈਡੀਸ਼ਨਲੀ ਜਿਹੜੀ ਸਿੱਖੀ ਅਸੀਂ ਜ਼ਿੰਦਗੀ 'ਚ ਵੇਖੀ ਸੀਗੀ, ਤੇ ਉਹਦੇ ਵਿੱਚ ਸੀਗਾ ਬੜੇ ਕੁਆਲੀਫਾਈਡ ਲੋਕ, ਬੜੇ ਸੰਤੁਸ਼ਟ, ਬੜੇ ਸੰਤੋਖ ਵਾਲੇ ਉਹਦੇ 'ਚ ਐਂਟਰ ਹੁੰਦੇ ਸੀਗੇ ਤੇ ਉਹ ਸਰਵ ਕਰਦੇ ਸੀਗੇ ਨਾ ਜੀ। ਤੇ ਹੁਣ ਅੱਜ ਕੱਲ ਕਿਸੇ ਨੂੰ ਕੋਈ ਡਿਪਲੋਮਾ ਲੈਣ ਜਿਹੜਾ ਮਰਜ਼ੀ ਐਂਟਰ ਹੋ ਜਾਂਦਾ। ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਅੱਜ ਇੱਕ ਗੱਲ ਕਰਨਾ ਚਾਹਨਾ। ਇੱਕ ਮੇਰਾ ਛੋਟਾ ਜਿਹਾ ਪੁਆਇੰਟ ਹੈ, ਮੇਰੇ ਪਿਤਾ ਜੀ ਵਾਇਲਨ ਵਜਾਉਂਦੇ ਸੀ,
ਤੇ ਉਹਨਾਂ ਨੇ ਮੈਨੂੰ ਕੀਨੀਆ ਲੈ ਗਏ ਨਾ, ਤੇ ਮੈਨੂੰ ਉਹਨਾਂ ਨੇ ਵਾਇਲਨ ਲਾ ਦਿੱਤੀ, ਮੈਨੂੰ ਉਹਨਾਂ ਨੇ ਵਕਤ ਪਾ ਦਿੱਤਾ ਭਾਜੀ, ਫਿਰ ਮੈਂ ਵਾਇਲਨ ਸਿੱਖੀ। ਅੱਛਾ, ਇਹ ਵੀ ਪਿਤਾ ਜੀ ਤੋਂ ਸਿੱਖੀ? ਪਿਤਾ ਜੀ ਨੇ ਤੋਂ ਸਿੱਖੀ ਨਹੀਂ, ਉਹ ਬੜੇ ਤੇਜ਼ ਸੀ, ਉਹਨਾਂ ਨੇ ਮੈਨੂੰ ਵਾਇਲਨ ਲੈ ਦਿੱਤੀ, ਕਹਿੰਦੇ ਪੁੱਤਰ ਹੋ ਜਾ, ਤੁਹਾਨੂੰ ਗੁਰੂ ਨਾਨਕ ਸਦਕਾ ਭਾਜੀ ਮੈਂ ਵਾਇਲਨ ਵੀ ਆ ਬਜਾਈ, ਤੁਹਾਨੂੰ ਮੈਂ ਕਦੀ ਸੁਰੰਗੀ ਸੁਣਾਵਾਂਗਾ ਕਦੀ ਭਾਜੀ। ਉਹ ਸੁਰੰਗੀ ਵੀ ਮੈਂ ਆਪ ਸਿੱਖੀ, ਜੇ ਦਿਲਰਬਾ ਸੇ ਮੈਂ ਆਪ ਸਿੱਖਿਆ, ਤੌਸ਼ ਵਜਾਣਾ ਮੈਂ ਆਪ ਸਿੱਖਿਆ। ਇੱਕ ਗੱਲ ਜ਼ਰੂਰ ਕਹਾਂਗਾ, ਰੱਬ ਸਬਰ ਦੇ ਕੇ ਆਸ਼ਕੀ ਦੇਵੇ, ਬਸ ਇਹਨਾਂ ਕੋ ਕਹਿ ਕੇ ਡਾਕਟਰ ਸਾਹਿਬ ਮੈਂ ਬੜਾ ਧੰਨਵਾਦੀ ਹਾਂ। ਮੈਂ ਆਈ ਹੋਪ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਜਿੰਨੇ ਵੀ ਆਸ-ਪਾਸ ਤੇ ਸਾਡੇ ਗਰੀਬ ਰਾਗੀ ਨੇ, ਮਾੜੇ ਨੇ, ਸਭ ਨੂੰ ਹਾਲ ਵੀ ਵੇਖਿਆ ਕਰੋ, ਤੇ ਕਦੀ ਸਾਨੂੰ ਵੀ ਜ਼ਰੂਰ ਪੁੱਛ ਕੇ ਵੇਖ ਭਈ ਤੁਸੀਂ ਕਿਵੇਂ ਆ ਗਏ ਹੋ, ਭੁੱਲਾਂ ਚੁੱਕਾ ਮਾਫ ਕਰਨੀਆਂ। ਕੋਈ ਭੁੱਲ ਚੁੱਕ ਹੋਈ ਹੋਏ ਮਹਾਰਾਜ ਜੀ, ਕੋਈ ਸ਼ਬਦ ਉੱਤੇ ਥੱਲੇ ਕਹੇ ਹੋਣ, ਮਾਫੀ। ਦੇਖੋ ਗੱਲ ਇਹ ਹੈ ਜੀ, ਜੋ ਕਹਾ ਰਹੇ ਨੇ ਮਹਾਰਾਜ, ਕਹਾ ਰਹੇ ਨੇ ਤੁਹਾਡੇ ਥਰੂ ਬੋਲ ਰਹੇ ਨੇ, ਸਾਡੇ ਅਸੀਂ ਕੁਝ ਨਹੀਂ ਕਰਦੇ, ਉਹੀ ਕਰਵਾ ਰਹੇ ਨੇ। ਜੋ ਸਹਿਜ ਸੁਭਾਅ, ਜੋ ਸੱਚੀ ਗੱਲ ਹੈ ਕਹੀ ਜਾ ਰਹੀ ਹੈ, ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਹੈ, ਕਿਸੇ ਦਾ ਦੋਸ਼ ਕੱਢਣਾ ਨਹੀਂ ਹੈ, ਪਰ ਵਾਕਈ ਜੋ ਇੱਕ ਰਿਐਲਿਟੀ ਹੈ ਜੋ ਸਮਾਜ ਵਿੱਚ ਵਾਪਰ ਰਹੀ ਹੈ, ਆਪਾਂ ਸਾਰੇ ਵੇਖ ਰਹੇ ਹਾਂ। ਤੇ ਇਸੇ ਲਈ ਮੈਂ ਦੇਖ ਰਿਹਾ ਕਿ ਸਾਡੇ ਬਹੁਤ ਸਾਰੇ ਜਿੰਨੇ ਪੁਰਾਣੇ ਰਾਗੀ, ਜਿੰਨੇ ਇਵਨ ਦਰਬਾਰ ਸਾਹਿਬ ਦੇ ਰਾਗੀ ਆ, ਹੋਰ ਵੀ ਉਹ ਭਾਰਤ ਵਿੱਚ ਨਹੀਂ ਰਹਿ ਰਹੇ, ਉਹ ਵਿਦੇਸ਼ ਸੈਟਲ ਸਾਰੇ ਵਿਦੇਸ਼ ਚਲੇ ਗਏ, ਕਿਉਂਕਿ ਉਹ ਆਪਣੇ ਬੱਚਿਆਂ ਲਈ ਜਾਂ ਅੱਗੇ ਕਹਿ ਲਓ, ਉਹਨਾਂ ਨੂੰ ਲੱਗਦਾ ਕਿ ਪਰਿਵਾਰ ਲਈ ਆ ਉੱਥੇ ਉਹਨਾਂ ਨੂੰ ਵੱਧ ਓਪਰਚੁਨਿਟੀਜ਼ ਨੇ, ਉਹ ਜ਼ਿਆਦਾ ਕਰ ਸਕਦੇ ਨੇ। ਸੋ ਇਹਨਾਂ ਸ਼ਬਦਾਂ ਨਾਲ ਅਸੀਂ ਇੱਕ ਵਾਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹ ਜੋ ਸਮਾਂ ਸਾਡੇ ਨਾਲ ਬਿਤਾਇਆ ਹੈ। ਡਾਕਟਰ ਸਾਹਿਬ, ਤੁਹਾਡਾ ਤੇ ਤੁਹਾਡੀ ਇੰਸਟੀਟਿਊਸ਼ਨ ਦਾ, ਪੰਜਾਬੀ ਯੂਨੀਵਰਸਿਟੀ ਦਾ, ਔਰ ਤੁਹਾਡੇ ਜਿੰਨੀ ਵੀ ਆਰਗੇਨਾਈਜੇਸ਼ਨ ਹੈ, ਸਾਰੇ ਬੜੇ ਪਿਆਰੇ ਰੂਹਾਂ, ਕੈਮਰਾਮੈਨ ਸਾਰੇ ਬੜੀਆਂ ਪਿਆਰੀਆਂ ਰੂਹਾਂ ਔਰ ਡਾਊਨ ਟੂ ਅਰਥ ਪੀਪਲ, ਜੀ ਅਸੀਂ ਇਹੀ ਸਾਰੇ ਉਹਨਾਂ ਦੇ ਧੰਨਵਾਦ ਕਰਦੇ ਹਾਂ। ਸਾਡੇ ਗੁਰਮਤਿ ਸੰਗੀਤ ਚੇਅਰ ਦਾ ਸਟਾਫ ਸਾਰਾ ਤੁਸੀਂ ਦੇਖਿਆ ਹੀ ਹੈ ਕਿ ਅਸੀਂ ਇਹੀ ਰੱਖਿਆ ਹੋਇਆ। ਮੈਂ ਜਦੋਂ ਤੋਂ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਚਾਰ ਸੰਭਾਲਿਆ, ਕੋਈ ਇਹਨਾਂ ਤੇ ਇਹ ਨਹੀਂ ਪ੍ਰੈਸ਼ਰ ਵੀ ਇਹ ਕੰਮ ਹੋਣੇ ਆ, ਕਿ ਇਹਨਾਂ ਨੂੰ ਕਹਿੰਦੇ ਵੀ ਇਹ ਕੰਮ ਹੈ, ਤੁਸੀਂ ਹੀ ਕਰਨਾ, ਤੁਸੀਂ ਸੰਭਾਲਣਾ ਹੈ, ਹੁਣ ਕਰੋ, ਸ਼ਾਮੀ ਕਰੋ, ਕੱਲ ਸਵੇਰੇ ਵੀ ਕਰੋ, ਕੰਮ ਹੋਣਾ ਚਾਹੀਦਾ। ਪਰ ਇਹ ਹੈ ਕਿ ਇਹਨਾਂ ਨੂੰ ਮੈਨੂੰ ਕਹਿਣ ਦੀ ਲੋੜ ਵੀ ਨਹੀਂ ਪੈਂਦੀ। ਇਹ ਬੜੀ ਕਿਰਪਾ ਹੈ, ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੈ। ਸਾਡੇ ਸਾਰੇ ਟੀਮ ਜਿਹੜੀ ਹੈ, ਇਹ ਕਲੈਕਟਿਵ ਵਰਕ ਹੁੰਦਾ, ਕੋਈ ਇਕੱਲਾ ਕੁਝ ਵੀ ਨਹੀਂ ਕਰ ਸਕਦਾ। ਸੋ ਤੁਸੀਂ ਅਸੀਸ ਬਖਸ਼ੋ। ਡਾਕਟਰ ਸਾਹਿਬ, ਇਹ ਗੱਲ ਮੈਂ ਤੁਹਾਡੇ ਮੂੰਹ ਤੇ ਕਹਾਂਗਾ ਜੀ, ਜੇ ਸਾਡੀ ਕੌਮ 'ਚ ਤੁਹਾਡੇ ਵਰਗੇ ਅੱਛੇ ਇਨਸਾਨ, ਜਿਹੜੇ ਪੜ੍ਹੇ ਲਿਖੇ, ਦਿਲ ਅੱਛੇ ਦਿਲ ਵਾਲੇ ਔਰ ਹੋਣਗੇ, ਤੇ ਡੈਫੀਨਿਟਲੀ ਹੋਰ ਤਰੱਕੀ ਹੋਏਗੀ। ਸੋ ਬਸ ਅਸੀਸ ਬਖਸ਼ੋ ਜੀ, ਇਸੇ ਤਰ੍ਹਾਂ ਤੁਹਾਨੂੰ ਰੱਬ ਗੁਰੂ ਮਹਾਰਾਜ ਬੜੀ ਅੱਛੀ ਰੋਸ਼ਨੀ ਦੇ। ਧੰਨ ਗੁਰੂ ਨਾਨਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।